ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਦੋਂ ਥੋੜ੍ਹਾ ਸਮਾਂ ਪਹਿਲਾਂ ਸਟੋਰੀ ਪਾਈ ਸੀ ਤੇ ਉਹਦੇ ਵਿੱਚ ਸੰਗਤਾਂ ਨੂੰ ਮੈਂ ਪੁੱਛਿਆ ਸੀਗਾ ਕਿ ਕਿਸ ਵਿਸ਼ੇ ਦੇ ਉੱਤੇ ਸੰਗਤਾਂ ਵਿਚਾਰ ਸਰਵਣ ਕਰਨਾ ਪਸੰਦ ਕਰਨਗੀਆਂ, ਤੇ ਆਪਣੇ ਇੱਕ ਭਰਾ ਨੇ ਵਿਸ਼ਾ ਦੱਸਿਆ ਸੀ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਇਸ ਵੇਲੇ ਸਭ ਤੋਂ ਜ਼ਿਆਦਾ ਚੱਲ ਰਿਹਾ, ਇਹਦੇ ਬਾਰੇ ਵਿਚਾਰ ਕੀਤੇ ਜਾਣ। ਸੋ ਜੋ ਵੀ ਸੱਜਣ ਲਾਈਵ ਵਿੱਚ ਆਏ ਆ ਉਹਨਾਂ ਦੇ ਨਾਲ ਬਹੁਤ ਕੀਮਤੀ ਜਾਣਕਾਰੀ ਸਾਂਝੀ ਕਰਾਂਗੇ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਕਿੰਨਾ ਕੁ ਜ਼ਰੂਰੀ ਆ, ਕਿਉਂ ਜ਼ਰੂਰੀ ਆ, ਤੇ ਕਿੱਦਾਂ ਪੰਜਾਬ ਜਿਹੜਾ 5 ਦਰਿਆਵਾਂ ਦੀ ਧਰਤੀ ਸੀਗਾ ਤੇ ਉਹ ਰੇਗਿਸਤਾਨ 10 ਸਾਲਾਂ ਦੇ ਵਿੱਚ ਆਉਣ ਵਾਲਿਆਂ ਦੇ ਕਿੱਦਾਂ ਬਣੂਗਾ। ਸੋ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿ ਪੰਜਾਬ ਦੇ ਪਾਣੀ ਦਾ ਪੱਧਰ ਕਿੱਦਾਂ ਡਿੱਗਾ। 1947 ਤੇ ਚਲੇ ਜਾਈਏ, ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤੇ ਆਪਣਾ ਪੰਜਾਬ ਦੇਸ਼ ਜਿਹੜਾ ਉਹ 2 ਭਾਗਾਂ 'ਚ ਵੰਡਿਆ ਗਿਆ ਤੇ ਬਰਬਾਦ ਹੋ ਗਿਆ, ਉਹਦਾ ਨਾਮੋ ਨਿਸ਼ਾਨ ਮਿਟ ਗਿਆ ਪੰਜਾਬ ਦੇਸ਼ ਦਾ। ਤੇ 2 ਨਵੇਂ ਦੇਸ਼ ਜਿਨ੍ਹਾਂ ਦੇ ਮਤਲਬ ਦੇਸ਼ ਲੈਣ ਦੀ ਹੱਕਦਾਰ ਨਹੀਂ ਜਿਹੜੇ ਹੈਗੇ ਕੌਮਾਂ ਦੋਵੇਂ, ਹਿੰਦੂਆਂ ਨੂੰ ਹਿੰਦੁਸਤਾਨ ਮਿਲ ਗਿਆ, ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ, ਤੇ ਸਿੱਖ ਜਿਹੜਾ ਆਪਣਾ ਖਾਲਸਾ ਰਾਜ ਜਿਹੜਾ ਖਾਲਿਸਤਾਨ ਸਿੱਖਾਂ ਦਾ ਪੰਜਾਬ ਦੇਸ਼ ਸੀਗਾ ਉਹ ਲੈਣ ਤੋਂ ਖੁੰਝ ਗਏ। 1947 ਦੇ ਵੇਲੇ ਦੀ ਗੱਲ ਆ। ਉਸ ਵੇਲੇ 1947 50-60 ਦੇ ਵੇਲੇ ਉਸ ਵੇਲੇ ਪਾਣੀ ਦਾ ਪੱਧਰ ਇੰਨਾ ਉੱਚਾ ਹੁੰਦਾ ਸੀਗਾ ਮੇਰੇ ਭਰਾਵੋ ਕਿ ਸਾਡੇ ਬਜ਼ੁਰਗ ਸੀ, ਉਹਨਾਂ ਦਾ 1923 ਦਾ ਜਨਮ ਸੀ। 1923 ਦਾ ਜਨਮ ਸੀ ਬਜ਼ੁਰਗਾਂ ਦਾ। ਉਹ ਦੱਸਦੇ ਹੁੰਦੇ ਸੀ ਵੀ ਪਾਣੀ ਮੈਰਿਆਂ 'ਚ ਇੰਨਾ ਉੱਤੇ ਹੋਣਾ ਕਿ ਏਦਾਂ ਬੁੱਕਾਂ ਨਾਲ ਹੀ ਮਾੜਾ ਜਿਹਾ ਟੋਆ ਮਾਰਨਾ, ਪਾਣੀ ਆ ਜਾਣਾ, ਉੱਥੋਂ ਹੀ ਝੀਕ ਲਾ ਕੇ ਕਹਿੰਦੇ ਕੰਮ ਕਰਦਿਆਂ ਅਸੀਂ ਪਾਣੀ ਪੀ ਲੈਂਦੇ ਹੁੰਦੇ ਹਾਂ। ਪੰਜਾਬ ਦਾ ਪਾਣੀ ਇੰਨਾ ਉੱਤੇ ਰਿਹਾ ਉਸ ਵੇਲੇ। ਫਿਰ ਜਦੋਂ ਮੋਟਰਾਂ ਲੱਗਣੀਆਂ ਸ਼ੁਰੂ ਹੋਈਆਂ ਨੇ, ਆਹ 55-60 ਵਿੱਚ ਮੋਟਰਾਂ ਦੇ ਕਨੈਕਸ਼ਨ ਮਿਲਣੇ ਸ਼ੁਰੂ ਹੋ ਗਏ ਤੇ ਬੰਬੀਆਂ ਲੱਗਣ ਡੈ ਪਈਆਂ ਪਿੰਡਾਂ ਦੇ ਵਿੱਚ, ਲੋਕਾਂ ਮੋਟਰਾਂ ਲਵਾਉਣੀਆਂ ਸ਼ੁਰੂ ਕਰ ਦਿੱਤੀਆਂ, ਬੋਰ ਕਰਵਾਉਣੇ ਸ਼ੁਰੂ ਕਰ ਦਿੱਤੇ। ਉਸ ਵੇਲੇ ਤੁਸੀਂ ਵੇਖਿਆ ਹੋਊਗਾ ਉੱਤੇ ਹੀ ਮੋਟਰ ਹੁੰਦੀ ਸੀ 3 ਦੀ, ਤੇ ਕਿਸੇ ਵੇਲੇ ਇੱਕ ਫੇਜ਼ ਆਉਣਾ ਤੇ ਫਿਰ ਉਹ ਸੈੱਲ ਲਾ ਕੇ ਉਹਨੂੰ ਮਤਲਬ ਜਾਂ ਪੁਲੀ ਦੇ ਉੱਤੇ ਚਾੜ ਕੇ ਰੱਸੀ ਤੇ ਉਹ ਖਿੱਚ ਕੇ ਉਹਨੂੰ ਸਟਾਰਟ ਕਰਨਾ। ਉਹ ਤੁਸੀਂ ਮੋਟਰਾਂ ਵੇਖੀਆਂ ਹੋਣਗੀਆਂ। ਉਦੋਂ ਪਾਣੀ ਦਾ ਪੱਧਰ ਉੱਚਾ ਸੀ ਤੇ ਆ ਥੱਲੇ ਮੈਂ ਫੋਟੋ ਸ਼ੇਅਰ ਕੀਤੀ ਆ ਜਿਹੜੀ ਤੁਸੀਂ ਵੇਖ ਸਕਦੇ ਜੇ ਸਕਰੀਨ ਦੇ ਉੱਤੇ ਵੀ 1966 ਤੇ 67 ਵਿੱਚ ਜਿਹੜਾ ਚੌਲਾਂ ਦਾ ਉਤਪਾਦਨ ਝੋਨਾ ਜਿਹੜਾ ਆਪਾਂ ਝੋਨਾ ਬੀਜਦੇ ਆ ਇਹ 1,92,000 ਹੈਕਟੇਅਰ ਤੋਂ ਵੱਧ ਕੇ 2017-18 ਵਿੱਚ 14,22,000 ਹੈਕਟੇਅਰ ਹੋ ਗਿਆ। ਵੀ ਇੰਨਾ ਰਕਬਾ ਪੰਜਾਬ ਦਾ ਜਿਹੜਾ ਵਾ ਇਸ ਚੀਜ਼ ਦੇ ਹਿੱਸੇ ਦੇ ਵਿੱਚ ਆ ਗਿਆ। ਤੇ ਪੰਜਾਬ ਵਿੱਚ ਅੱਗੇ ਇਹ ਹੈਗਾ ਕੁੱਲ, ਤੇ ਪੰਜਾਬ ਵਿੱਚ ਚੌਲਾਂ ਦਾ ਉਤਪਾਦਨ ਵੇਖ ਲਓ 1960 ਤੋਂ 61 ਵਿੱਚ 2,27,000 ਹੈਕਟੇਅਰ ਤੋਂ ਵੱਧ ਕੇ 2017-18 ਵਿੱਚ 30,64,000। ਇੰਨਾ ਮਤਲਬ ਵੱਡੇ ਪੱਧਰ ਦੇ ਉੱਤੇ ਉੱਪਰ ਵਾਲਾ ਹਰਿਆਣੇ ਦਾ, ਦੂਜਾ ਪੰਜਾਬ ਦੇ ਉੱਤੇ ਆ ਗਿਆ ਵੀ 30,64,000 ਹੈਕਟੇਅਰ ਤੱਕ ਪਹੁੰਚ ਗਿਆ। ਤੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਡਿੱਗਣ ਦਾ ਪੱਧਰ 1974 ਵਿੱਚ 2 ਮੀਟਰ ਹੇਠ ਜ਼ਮੀਨ ਦੇ ਪਾਣੀ ਸੀ ਤੇ 2010 ਵਿੱਚ 30 ਮੀਟਰ ਸੀ। ਅੱਜ 2020 ਆ ਗਿਆ। 10 ਸਾਲਾਂ ਵਿੱਚ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਕਿ ਪਾਣੀ ਕਿੰਨਾ ਥੱਲੇ ਚਲੇ ਗਿਆ। ਤੁਸੀਂ ਮੇਰੇ ਭਰਾਵੋ ਸੂਏ ਵੇਖੇ ਹੋਣੇ ਜਿੱਥੇ ਨਹਾਉਂਦੇ ਆ ਲੋਕ, ਇਹਨਾਂ ਦਾ ਤੁਹਾਨੂੰ ਇਤਿਹਾਸ ਦੱਸਦਾ, ਬਹੁਤਿਆਂ ਨੂੰ ਪਤਾ ਹੀ ਨਹੀਂ ਹੋਣਾ ਵੀ ਇਹ ਸੂਏ ਕਿੱਦਾਂ ਬਣੇ ਆ। ਜਿਹੜੇ ਸੂਏ ਤੇ ਨਹਿਰਾਂ ਤੁਸੀਂ ਵੇਖਦੇ ਜੇ ਨਾ, ਫਲਾਣੇ ਪਿੰਡ ਦੀ ਨਹਿਰ, ਢਮਕਾਣੇ ਇਲਾਕੇ ਦੀ ਨਹਿਰਾਂ ਜਾਂਦੀਆਂ ਨੇ, ਜਿੱਦਾਂ ਵੇਖੀਆਂ ਹੋਣਗੀਆਂ ਨਹਿਰਾਂ, ਜੇ ਕਈ ਕੱਸੀ ਕਹਿ ਦਿੰਦੇ, ਕੋਈ ਨਹਿਰ ਕਹਿ ਦਿੰਦਾ, ਇਲਾਕੇ ਦੀ ਭਾਸ਼ਾ। ਜਿੱਦਾਂ ਮਾਝੇ ਵਿੱਚ ਸਾਡੇ ਤੇ ਸੂਆ ਕਹਿੰਦੇ ਜਿਹੜਾ ਛੋਟਾ ਹੁੰਦਾ ਵਾ, ਤੇ ਜਿਹੜੀ ਵੱਡਾ ਪਾਣੀ ਵੱਧਦਾ ਹੁੰਦਾ ਜਿਹ 'ਚ ਉਹਨੂੰ ਨਹਿਰ ਕਹਿ ਦਿੰਦੇ ਆ। ਜਿੱਦਾਂ ਹਰੀਕੇ ਪੱਤਣ ਜਾ ਕੇ ਪੈਂਦੀਆਂ, ਜਿਹੜੀਆਂ ਹਰੀਕੇ ਪੱਤਣ ਵਾਲੀ ਝੀਲ ਬਣਦੀ ਜਿੱਥੋਂ, ਇਹ ਨਹਿਰਾਂ ਜਿਹੜੀਆਂ ਮੇਰੇ ਭਰਾਵੋ ਅੰਗਰੇਜ਼ਾਂ ਨੇ ਜਦੋਂ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ, ਪੰਜਾਬ ਦੇ ਵਿੱਚ 5 ਦਰਿਆ ਵਗਦੇ ਸੀ, ਸਤਲੁਜ, ਬਿਆਸ, ਰਾਵੀ, ਜਿਹਲਮ ਤੇ ਚਨਾਬ। ਜਿਹੜੇ 2.5 ਦਰਿਆ, ਰਾਵੀ ਅੱਧੀ ਇੱਧਰ ਆ, ਰਾਵੀ ਅੱਧੀ ਉੱਧਰ ਚਲ ਗਈ, ਤੇ ਜਿਹਲਮ ਤੇ ਚਨਾਬ ਦਰਿਆ ਜਿਹੜਾ ਝਨਾ ਨੂੰ ਤਰ ਕੇ ਸੋਹਣੀ ਜਾਂਦੀ ਰਹੀ, ਤੁਸੀਂ ਪੜ੍ਹਦੇ ਜੇ, ਉਹ ਚਨਾਬ ਦਰਿਆ ਉੱਧਰ ਪੈਂਦਾ। 2.5 ਦਰਿਆ ਉੱਧਰ ਵਾਲੇ ਪੰਜਾਬ 'ਚ ਰਹਿ ਗਏ, 2.5 ਰਹਿ ਗਏ ਇੱਧਰਲੇ ਪੰਜਾਬ 'ਚ। ਜਦੋਂ ਗੋਰੇ ਪੰਜਾਬ ਦੀ ਧਰਤੀ ਦੇ ਉੱਤੇ ਆਏ ਉਦੋਂ ਪਹਿਲਾਂ ਖੂਹ ਹੁੰਦੇ ਸੀ, ਬਿਜਲੀ ਨਹੀਂ ਹੈਗੀ ਪੰਜਾਬ ਦੇ ਵਿੱਚ, ਤੇ ਖੇਤੀ ਇੰਨੀ ਮਾੜੀ ਸੀ ਵੀ ਖੂਹਾਂ ਦੇ ਨਾਲ ਜਿਹੜਾ ਥੋੜਾ ਬਹੁਤਾ ਪਾਣੀ ਨਿਕਲਣਾ ਉਹਦੇ ਨਾਲ ਹੀ ਜਿਹੜੀ ਪੈਲੀ ਨੂੰ ਪਾਣੀ ਲਾਇਆ ਜਾਂਦਾ ਸੀ, ਤੇ ਬਾਕੀ ਦਰਿਆਵਾਂ ਦੇ ਲਾਗੇ ਛਾਗੇ ਕਿਤੇ ਪਾਣੀ ਲੱਗਦਾ ਸੀ, ਜਿੱਥੇ ਬਾਕੀ ਕਿਤੇ ਪਾਣੀ ਹੈ ਨਹੀਂ ਸੀ ਪੰਜਾਬ ਦੇ ਵਿੱਚ ਇਦਾਂ ਆਮ ਕੱਢ ਕੇ ਵਰਤਣ ਵਾਸਤੇ। ਗੋਰਿਆਂ ਨੇ ਵੇਖਿਆ ਵੀ ਦਰਿਆ ਬੜੇ ਆ ਤੇ ਪਾਣੀ ਜਿਹੜਾ ਵਾ ਇਹਨੂੰ ਛੋਟੀਆਂ ਨਹਿਰਾਂ ਕੱਢ ਕੇ ਤੇ ਇਲਾਕਿਆਂ ਦੇ ਵਿੱਚੋਂ ਦੀ ਵੰਡਿਆ ਜਾਵੇ, ਤੇ ਫਿਰ ਉੱਥੋਂ ਗਾਂਹ ਸੂਏ ਕੱਢੇ ਜਾਣ, ਤੇ ਉੱਥੋਂ ਸੂਇਆਂ ਤੋਂ ਗਾਂਹ ਛੋਟੀਆਂ ਮਤਲਬ ਜਿੱਦਾਂ ਆਡਾ ਕੱਢੀਆਂ ਜਾਣ, ਤੇ ਉੱਥੋਂ ਫਿਰ ਹਰ ਇੱਕ ਦੀ ਪੈਲੀ ਨੂੰ ਜਿਹੜਾ ਪਾਣੀ ਪਹੁੰਚਾਇਆ ਜਾਵੇ। ਜਿੱਦਾਂ ਤੁਸੀਂ ਵੇਖਿਆ ਹੋਊਗਾ ਵੀ ਭੱਜ ਕੇ ਬਚਾਈ ਜਿੱਦਾਂ ਦਾ ਭੱਜ ਕੇ ਹਟਾਈ ਮੱਖਣਾ ਵੇ ਜੱਟ ਪਾਣੀ ਦੀ ਵਾਰੀ ਦੇ ਪਿੱਛੇ ਲੜ ਪਏ।
ਤੇ ਪਾਣੀ ਦੀ ਵਾਰੀ ਤੋਂ ਲੜਾਈਆਂ ਦੀਆਂ ਵੀ ਅੱਜ ਕਿਸੇ ਨੇ ਆਖਣਾ ਮੈਂ ਪਾਣੀ ਲਾਉਣਾ, ਕਿਸੇ ਨੇ ਕਹਿਣਾ ਮੈਂ ਪਾਣੀ ਲਾਉਣਾ। ਇਹ ਅੰਗਰੇਜ਼ਾਂ ਨੇ ਨਹਿਰਾਂ ਬਣਾਈਆਂ, ਅੱਗੇ ਸੂਏ ਕੱਢ ਕੇ ਹਰ ਇੱਕ ਪੰਜਾਬ ਦੇ ਕਿੱਲੇ ਨੂੰ, ਭਾਵੇਂ ਕਿਸੇ ਦੀ ਮਰਲਾ ਪੈਲੀ ਹੀ, ਇੱਕ ਇੱਕ ਮਰਲੇ ਨੂੰ ਨਹਿਰ ਦਾ, ਦਰਿਆ ਦਾ ਪਾਣੀ ਲੱਗਦਾ ਸੀ। ਉਹ ਦਰਿਆ ਦਾ ਪਾਣੀ ਮੇਰੇ ਭਰਾਵੋ ਐਡਾ ਜ਼ਿਆਦਾ ਉਪਜਾਊ ਹੁੰਦਾ ਵਾ, ਤੁਹਾਨੂੰ ਪਤਾ ਉਹ ਦਰਿਆ ਹਰ ਸਾਲ ਹੀ ਆਉਂਦਾ ਵਾ ਤੇ ਨਵੀਂ ਮਿੱਟੀ ਲੈ ਕੇ ਆਉਂਦਾ, ਤੇ ਉਹਦੇ ਵਿੱਚ ਤੁਹਾਨੂੰ ਖਾਦ ਪਾਉਣ ਦੀ ਲੋੜ ਨਹੀਂ। ਦਰਿਆ ਦੇ ਲਾਗੇ ਛਾਗੇ ਕਿਤੇ ਜਾ ਕੇ ਵੇਖਿਓ ਜਿੱਥੇ ਪਾਣੀ ਲੱਗਦਾ ਨਹਿਰ ਦਾ ਜਾਂ ਦਰਿਆ ਦਾ, ਉੱਥੇ ਜਾ ਕੇ ਵੇਖਿਓ ਫਸਲ ਕਿੰਨੀ ਜ਼ਿਆਦਾ ਹੁੰਦੀ ਆ। ਫਿਰ ਕੀ ਹੋਇਆ, ਇਹ ਅੰਗਰੇਜ਼ਾਂ ਨੇ ਨਹਿਰਾਂ ਕੱਢੀਆਂ ਤੇ ਨਹਿਰ ਦੇ ਨਾਲ ਨਾਲ ਨਾ ਰੁੱਖ ਲੱਗੇ ਵੇਖੇ ਹੋਣਗੇ ਤੁਸੀਂ, ਨਹਿਰ ਦੇ ਨਾਲ ਨਾਲ ਸਫੈਦੇ ਹਰ ਨਹਿਰ ਦੇ ਉੱਤੇ ਲੱਗੇ ਆ। ਗੋਰਿਆਂ ਨੇ ਨਹਿਰ ਦੇ ਉੱਤੇ ਪਟੜੀ ਬਣਾਈ ਹੁੰਦੀ ਸੀ, ਉਹ ਪਟੜੀ ਐਡੀ ਜਿਹੜੀ ਪਟੜੀ ਜਿਹੜੇ ਰਾਹ ਅੱਜ ਨਹਿਰਾਂ ਦੇ ਉੱਤੇ ਟੁੱਟੇ ਟੋਏ ਪੈ ਗਏ ਨਾ, ਕੱਚੇ ਰਾਹ, ਇਹ ਰਾਹ ਮੇਰੇ ਭਰਾਵੋ ਐਡੇ ਜ਼ਬਰਦਸਤ ਹੁੰਦੇ ਸੀ ਨਾ, ਇਹਨਾਂ ਦੇ ਉੱਤੇ ਜੱਟਾਂ ਨੂੰ ਜਿਹੜੇ ਉੱਥੇ ਖੇਤੀਬਾੜੀ ਕਰਦੇ ਜਾਂ ਕੋਈ ਵੀ ਬੰਦਾ ਆਪਣਾ ਡੰਗਰ ਲੈ ਕੇ ਨਹੀਂ ਚੜ੍ਹ ਸਕਦੇ, ਤੇ ਨਾ ਹੀ ਕੋਈ ਇਹੋ ਜਿਹੀ ਚੀਜ਼ ਜਿਹਦੇ ਨਾਲ ਸੜਕ ਟੁੱਟੇ, ਘੋੜੀ ਨਹੀਂ ਚੜਾ ਸਕਦੇ, ਘੋੜੀ ਚੜ੍ਹ ਕੇ ਇਹ ਸੜਕ ਦੇ ਉੱਤੇ ਕੋਈ ਜਾ ਨਹੀਂ ਸਕਦਾ। ਜਿਹੜੀ ਨਹਿਰ ਦੇ ਨਾਲ ਪਟੜੀ ਹੁੰਦੀ ਸੀ, ਐਡੀ ਸਫਾਈ ਉਹਨਾਂ ਰੱਖੀ ਹੁੰਦੀ ਸੀ ਕਿਤੇ ਪਾਣੀ ਦਾ ਉੱਤੇ ਤੁਬਕਾ ਨਹੀਂ ਠਹਿਰਦਾ ਮੇਰੇ ਭਰਾਵੋ। ਐਦਾਂ ਇਹਨਾਂ ਪਟੜੀ ਉਹਨਾਂ ਸਜਾਈ ਹੁੰਦੀ ਸੀ। ਇਹਦੇ ਉੱਤੇ ਫਿਰ ਉਹਨਾਂ ਨੇ ਨਾ ਵੇਖੀਆਂ ਹੋਣਗੀਆਂ ਤੁਸੀਂ ਨਹਿਰੀ ਵਿਭਾਗ ਦੀਆਂ ਕੋਠੀਆਂ, ਓਵਰਸੀਅਰ ਜਿੱਦਾਂ ਨਹਿਰੀ ਵਿਭਾਗ ਦੇ ਹੁੰਦੇ ਆ, ਤੇ ਉਹ ਓਵਰਸੀਅਰ ਜਿਹੜਾ ਬਾਬੂ ਰਜਬ ਅਲੀ ਦੀਆਂ ਤੁਸੀਂ ਸੁਣਿਆ ਹੋਣਗੀਆਂ, ਬਾਬੂ ਰਜਬ ਅਲੀ ਵੀ ਜਿਹੜਾ ਨਹਿਰੀ ਵਿਭਾਗ ਦੇ ਵਿੱਚ ਓਵਰਸੀਅਰ ਹੀ ਉਹ ਵੇਲੇ ਅਫਸਰ ਸੀ। ਨਹਿਰਾਂ ਦੇ ਉੱਤੇ ਅੰਗਰੇਜ਼ਾਂ ਨੇ ਪੂਰਾ ਕਬਜ਼ਾ ਕੀਤਾ ਸੀ ਪਾਣੀ ਦੇ ਉੱਤੇ, ਤੇ ਜਿੱਥੇ ਜਿੱਥੇ ਪੁਲ ਆਉਂਦਾ ਨਹਿਰ ਦਾ ਉੱਥੇ ਉੱਥੇ ਉਹਨਾਂ ਦਾ ਪੱਕਾ ਬੰਦਾ ਬਿਠਾਇਆ ਹੁੰਦਾ ਸੀ ਵੀ ਕੋਈ ਨਹਿਰ ਦੇ ਪੁਲ ਤੋਂ ਜਿੱਦਾਂ ਉਹ ਪਟੜੀ ਤੇ ਨਾ ਚੜ੍ਹ ਸਕੇ, ਉੱਥੇ ਬੰਦਾ ਪੁੱਛ ਕੇ ਰਾਹ ਚੜਿਆ ਜਾਂਦਾ, ਕੋਈ ਰਾਹ ਨਹੀਂ ਚੜ੍ਹ ਸਕਦਾ ਨਹਿਰ ਵਾਲੇ, ਵੀ ਨਹਿਰ ਦੇ ਰਾਹ ਨੂੰ ਕੋਈ ਬੰਦਾ ਖਰਾਬ ਨਾ ਕਰ ਦੇਵੇ। ਉਤੋਂ ਨਹਿਰ ਦੇ ਰਾਹ ਤੋਂ ਤੁਸੀਂ ਹਰ ਇਲਾਕੇ ਵਿੱਚ, ਜਿੱਦਾਂ ਤੁਸੀਂ ਆਪਣੇ ਜਿਹੜੇ ਇਲਾਕੇ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਆ, ਜਿੱਦਾਂ ਸ਼ੇਖ ਫਤਾ ਆਉਂਦਾ, ਜਿੱਦਾਂ ਖੀਰ ਚੜਾਉਣ ਕੋਈ ਜਾਂਦਾ, ਜਾਂ ਕਿਤੇ ਤਰਨ ਤਾਰਨ ਸਾਹਿਬ ਨੂੰ ਜਿੰਨੇ ਜਾਣਾ, ਉਹ ਨਹਿਰੇ ਰਾਹ ਏਡੇ ਵਧੀਆ ਹੁੰਦੇ ਸੀ, ਲੋਕਾਂ ਸਾਈਕਲਾਂ ਤੇ ਨਹਿਰੇ ਚੱਲ ਜਾਣਾ, ਸਾਈਕਲ ਲੈ ਕੇ ਬੰਦਾ ਚੜ੍ਹ ਸਕਦਾ ਸੀ ਨਹਿਰ ਤੇ, ਪਰ ਘੋੜੀ ਲੈ ਕੇ ਨਹੀਂ ਚੜ੍ਹ ਸਕਦਾ, ਨਾ ਊਠ ਲੈ ਕੇ ਜਾ ਸਕਦਾ ਸੀ ਨਹਿਰ ਦੀ ਪਟੜੀ ਤੇ ਜਿਹੜੇ ਉਹਨਾਂ ਰੁੱਖ ਛੱਡੇ ਸੀ ਨਾਲ ਨਾਲ, ਉਹਨਾਂ ਨੇ ਇਸ ਕਰਕੇ ਇੰਨਾ ਨਹਿਰ ਦਾ ਰਕਬਾ ਛੱਡਿਆ ਵੀ ਆਉਣ ਵਾਲੇ, ਅੱਜ ਪਾਣੀ ਦੀ ਘੱਟ ਲੋੜ ਆ, ਜੇ ਆਉਣ ਵਾਲੇ ਸਮੇਂ 'ਚ ਜੇ ਵੱਧ ਲੋੜ ਪੈ ਗਈ ਤੇ ਆਪਾਂ ਇਹ ਰੁੱਖ ਵਾਲਾ ਹਿੱਸਾ ਵੱਢ ਕੇ ਤੇ ਉਹਨੂੰ ਆਪਾਂ ਹੋਰ ਚੌੜਾ ਕਰ ਲਾਂਗੇ, ਤੇ ਵੱਧ ਜਾਣ ਮਤਲਬ ਪਾਣੀ ਮਾਤਰਾ ਦੇ ਵਿੱਚ ਜਿਹੜਾ ਜਾਇਆ ਕਰੂਗਾ। ਜੇ ਪਾਣੀ ਦੀ ਮੰਗ ਵਧੂਗੀ ਉਸ ਹਿਸਾਬ ਦੇ ਨਾਲ ਹੀ ਆਪਾਂ ਨਹਿਰ ਜਿਹੜੀ ਆ ਉਹਨੂੰ ਵੱਧ ਚੌੜਾ ਕਰ ਲਿਆ ਕਰਾਂਗੇ। ਸੋ ਇਸ ਤਰੀਕੇ ਨਾਲ ਦੂਰ ਅੰਦੇਸ਼ੀ ਦੇ ਨਾਲ ਉਹਨਾਂ ਨੇ ਨਹਿਰਾਂ ਕੱਢੀਆਂ, ਫਿਰ ਗਾਂ ਸੂਏ ਕੱਢੇ ਸੀ, ਗਾਂ ਛੋਟੀਆਂ ਆਡਾਂ ਕੱਢ ਕੇ ਹਰ ਬੰਦੇ ਨੂੰ ਪਾਣੀ ਪਹੁੰਚਾਇਆ ਸੀ ਵੀ ਧਰਤੀ ਦੇ ਜਿਹੜਾ ਥੱਲੇ ਪਾਣੀ ਇਹਨੂੰ ਬਾਹਰ ਕੱਢਿਆ ਨਾ ਜਾਵੇ। ਵੀ ਇਹ ਕੱਢਣ ਨੂੰ ਕੀ ਗੋਰਿਆਂ ਨੂੰ ਪਤਾ ਨਹੀਂ ਵੀ ਮੋਟਰ ਲਾ ਕੇ ਪਾਣੀ ਨਿਕਲਦਾ। ਵਿਦੇਸ਼ਾਂ ਦੇ ਵਿੱਚ ਤੁਸੀਂ ਜਿਹੜੇ ਕੋਈ ਅਮਰੀਕਾ ਰਹਿੰਦਾ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਕਿਤੇ ਰਹਿੰਦਾ ਕਿਸੇ ਦੇਸ਼ ਦੇ ਵਿੱਚ, ਉਹਨੂੰ ਪੁੱਛਿਓ ਵੀ ਉਹ ਬੰਦੇ ਭਲਾ ਧਰਤੀ ਦੇ ਥੱਲੋਂ ਪਾਣੀ ਕੱਢਦੇ ਆ, ਭਲਾ ਉੱਥੇ ਕੋਈ ਬੰਦਾ ਰੁੱਖ ਵੱਢ ਸਕਦਾ ਆਪਣੀ ਮਰਜ਼ੀ ਦੇ ਨਾਲ, ਜਾਂ ਫਿਰ ਉੱਥੇ ਕੋਈ ਬੰਦਾ ਮਤਲਬ ਪਾਣੀ ਕੱਢ ਕੇ ਵਰਤ ਸਕਦਾ ਹੋਵੇ? ਕੁਛ ਨਹੀਂ ਬੰਦਾ ਉੱਥੇ ਕੋਈ ਕਰ ਸਕਦਾ। ਜਿਹੜੇ ਸਫੈਦੇ ਤੁਸੀਂ ਵਹਿੰਦੇ ਜੇ, ਜਿਹਨੂੰ ਗਮ ਟਰੀ ਕਹਿੰਦੇ, ਸਫੈਦਾ ਜਿਹੜਾ ਆਪਣੇ ਸਫੈਦਾ ਕਹਿ ਦਿੰਦਾ, ਕੋਈ ਸਫੈਦਾ ਕਹਿ ਦਿੰਦਾ ਵਾ, ਜਿਹੜੇ ਨਹਿਰਾਂ ਕੰਢੇ ਰੁੱਖ ਲੱਗੇ ਆ, ਆਸਟ੍ਰੇਲੀਆ ਦੀ ਧਰਤੀ ਤੋਂ ਲਿਆ ਕੇ ਉਹਨਾਂ ਨੇ ਬੂਟੇ ਲਾਏ। ਇਹ ਪਾਣੀ ਧਰਤੀ ਦੇ ਥੱਲੇ ਵੀ ਹੋਵੇ ਉੱਥੋਂ ਕੱਢ ਕੇ ਵੀ ਇਹ ਰੁੱਖ ਜਿਹੜਾ ਹੋ ਜਾਂਦਾ, ਬੜਾ ਪਾਣੀ ਖਿੱਚਦਾ ਸਫੈਦਾ, ਇਹ ਉਹਨਾਂ ਨੇ ਰੁੱਖ ਲਾਏ ਇੱਥੇ ਲਿਆ ਕੇ। ਤੇ ਆਪਣੇ ਇਦਾਂ ਦਾ ਪੱਧਰ ਚੱਲਿਆ। ਫਿਰ ਵੀ ਜਦੋਂ ਮੋਟਰਾਂ ਲੱਗਣ ਡਿਆ ਪਈਆਂ, ਭਾਰਤ ਦੀ ਸਰਕਾਰ ਆ ਗਈ, ਦੇਸ਼ ਵੰਡਿਆ ਗਿਆ, ਇਹਨਾਂ ਸਭ ਤੋਂ ਪਹਿਲਾਂ ਮੋਟਰਾਂ ਦਾ ਜਿਹੜਾ ਕਨੈਕਸ਼ਨ ਵੰਡਣੇ ਸ਼ੁਰੂ ਕੀਤੇ, ਵੱਧ ਤੋਂ ਵੱਧ ਲੋਕਾਂ ਨੂੰ ਕਨੈਕਸ਼ਨ ਦਿੱਤੇ, ਲੋਕਾਂ ਮੋਟਰਾਂ ਲਵਾ ਕੇ ਪਾਣੀ ਵਰਤਣਾ ਸ਼ੁਰੂ ਕਰ ਦਿੱਤਾ। ਫਿਰ ਕੀ ਹੋਇਆ, ਜਿਹੜੇ ਪਿੰਡਾਂ ਦੇ ਵਿੱਚ ਖਾਲ ਆਉਂਦੇ ਨਾ, ਜਿਹਨੂੰ ਖਾਲ ਕਹਿ ਦਿੰਦੇ ਆ, ਹਰ ਪੈਲੀ ਨੂੰ ਖਾਲ ਆਉਂਦਾ ਸੀ। ਇਹਨਾਂ ਨੇ ਕਹਿਤਾ ਖਾਲ ਜਿਹੜੀ ਪੈਲੀ 'ਚ ਹੈਗਾ ਉਹ ਬੰਦਾ ਵਾਹ ਲੇ, ਜਿਹਦੀ ਪੈਲੀ 'ਚ ਆਉਂਦਾ ਵਾ ਉਹ ਥਾਂ ਵਾਲੇ, ਤੇ ਜੱਟ ਮਰਲੇ ਬੰਨੇ ਦੇ ਥਾਂ ਦੇ ਉੱਤੇ ਮਰ ਜਾਂਦੇ। ਇਹਨਾਂ ਇਹ ਨਹੀਂ ਵੇਖਿਆ ਵੀ ਸਾਡੀ ਮੌਤ ਹੋ ਜਾਣੀ ਇੱਕ ਦਿਨ, ਪਾਣੀ ਆਉਣਾ ਬੰਦ ਹੋ ਗਿਆ ਜਿਹੜਾ ਐਡਾ ਕੀਮਤੀ, ਤੇ ਸਾਨੂੰ ਖਾਦਾਂ ਪਾਉਣੀਆਂ ਪੈਣਗੀਆਂ, ਸਪਰੇਆਂ ਕਈ ਹੋਰ ਪੰਗੇ ਲੈਣੇ ਪੈਣਗੇ, ਆਪਾਂ ਇਹ ਪਾਣੀ ਬੰਦ ਨਾ ਹੋਣ ਦਈਏ। ਪਰ ਬਸ ਉਹ ਮਰਲਾ ਥਾਂ ਦੇ ਬਦਲੇ ਹੀ ਸਰਕਾਰ ਦੇ ਕਹਿਣ ਤੇ ਇਹਨਾਂ ਨੇ ਖਾਲ ਵਾਹ ਲੇ, ਤੇ ਜਿਹੜਾ ਪਾਣੀ ਹਰ ਇੱਕ ਦੀ ਪੈਲੀ ਦੇ ਵਿੱਚ ਪਹੁੰਚਦਾ ਸੀ ਉਹ ਇਹਨਾਂ ਨੇ ਆਪੇ ਹੀ ਰਾਹ ਬੰਦ ਕਰ ਦਿੱਤਾ। ਫਿਰ ਬਚੇ ਸੂਆਂ ਦੇ ਲਾਗੇ ਛਾਗੇ ਵਾਲੇ ਸੂਏ ਵੀ ਜਿਹੜੇ ਸਾਲ ਦੇ ਵਿੱਚ ਥੋੜੇ ਕੁ ਦਿਨ ਹੀ ਆਉਂਦੇ, ਉਹ ਵੀ ਪਾਣੀ ਆਉਣਾ ਬਿਲਕੁਲ ਪੰਜਾਬ ਦੇ ਵਿੱਚ ਬੰਦ ਹੋ ਗਿਆ। 6-6 ਮਹੀਨੇ ਪੰਜਾਬ ਦੀਆਂ ਨਹਿਰਾਂ ਜਿਹੜੀਆਂ ਸੁੱਕੀਆਂ ਰਹਿੰਦੀਆਂ, ਹੁਣ 7-7 8-8 ਮਹੀਨੇ ਪੰਜਾਬ ਦੀ ਨਹਿਰ ਦੇ ਵਿੱਚ ਪਾਣੀ ਆਉਂਦਾ ਹੀ ਨਹੀਂ। ਉਸ ਤੋਂ ਬਾਅਦ ਜੋ ਗੋਰਿਆਂ ਨੇ ਪੁਲ ਬਣਾਤਾ ਨਹਿਰ ਤੇ, ਜੋ ਗੋਰਿਆਂ ਨੇ ਕਰ ਗਏ ਉਹ ਜਿੱਦਾਂ ਨਹਿਰ ਨੂੰ, ਬਸ ਉਹੀ ਭਾਰਤ ਦੇ ਵਿੱਚ ਪੰਜਾਬ ਦੀਆਂ ਸਰਕਾਰਾਂ ਨੇ ਅੱਜ ਤੱਕ ਕਿਸੇ ਵੀ ਨਹਿਰ ਦਾ ਨਵੀਨੀਕਰਨ ਨਹੀਂ ਕੀਤਾ, ਕਿਸੇ ਨਹਿਰ ਦੇ ਉੱਤੇ ਪੈਸਾ ਨਹੀਂ ਲਾਇਆ। ਸਿੰਚਾਈ ਵਿਭਾਗ ਜਿਹੜਾ ਪੰਜਾਬ ਦਾ ਨਹਿਰੀ ਵਿਭਾਗ, ਉਹਨ ਤੇ ਰੁਪਈਆ ਨਹੀਂ ਲਾਇਆ। ਬਸ ਕੀ ਹੋਇਆ, ਜਿਹੜਾ ਕੋਈ ਲਾਗੇ ਛਾਗੇ ਬੰਦਾ ਰਹਿੰਦਾ ਨਹਿਰ ਦੇ, ਉਹਦੇ ਉੱਤੇ ਪਾਣੀ ਚੋਰੀ ਦਾ ਪਰਚਾ ਪਾਇਆ ਗਿਆ। ਪਾਣੀ ਚੋਰੀ ਦਾ ਪਰਚਾ ਪਾ ਕੇ ਉਹਨੂੰ ਇਕੱਠਾ ਕਰਕੇ ਜੇਲ੍ਹ 'ਚ ਸੁੱਟ ਦਿੱਤਾ ਗਿਆ।
ਕਿਸੇ ਦੇ ਉੱਤੇ ਮਤਲਬ ਜਿੱਦਾਂ ਸੂਏ 'ਚੋਂ ਪਾਣੀ ਚੋਰੀ ਕਰਦਾ ਉਹਨੂੰ ਜੁਰਮਾਨਾ ਪਾਤਾ ਲੱਖਾਂ ਦਾ। ਕਈ ਚੀਜ਼ਾਂ ਮਤਲਬ ਇਦਾਂ ਮਤਲਬ ਲੋਕਾਂ ਨੇ ਕਰ ਕਰਕੇ ਤੇ ਚੀਜ਼ਾਂ ਮਤਲਬ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਸਰਕਾਰਾਂ ਨੇ ਪਾਣੀ ਲਾਉਣਾ ਬੰਦ ਕਰ ਦਿੱਤਾ। ਕਿਸਾਨਾਂ ਨੂੰ ਵੀ ਕੋਈ ਬੰਦਾ ਪਾਣੀ ਲਾ ਹੀ ਸਕਦਾ। ਨਹਿਰ ਦਾ ਕੋਈ ਵਿਰਲਾ ਵਾਂਝਾ ਹੀ ਰਹਿ ਗਿਆ ਜਿਹਨੂੰ ਮਾੜਾ ਮੋਟਾ ਲੱਗਦਾ ਹੀ, ਨਹੀਂ ਤੇ ਬਾਕੀ ਸਾਰਾ ਸਮਾਪਤੀ ਕਰ ਦਿੱਤੀ ਪਾਣੀ ਦੀ। ਫਿਰ ਕੀ ਹੋਇਆ, ਮੋਟਰ ਜਿਹੜੀ ਪਹਿਲਾਂ ਉੱਤੇ ਹੀ ਫਿਰ ਖੂਹੀ 'ਚ ਗਈ ਤੇ ਖੂਹੀ ਤੋਂ ਸਮਰਸੀਬਲ ਤੱਕ ਪਹੁੰਚ ਗਈ ਤੇ ਝੋਨਾ ਲਾਉਣ ਦੀ ਮਿਆਦ ਵੱਧਦੀ ਗਈ। ਤੇ ਫਿਰ ਕੀ ਹੋਇਆ, ਸਾਡੇ ਪਿੰਡਾਂ ਵਾਲੇ ਲੋਕ ਹੀ ਜਾਂ ਸ਼ਹਿਰਾਂ ਦੇ ਵਿੱਚ ਤੇ ਰੁੱਖ ਹੈ ਹੀ ਨਹੀਂ। ਪਿੰਡਾਂ ਦੇ ਵਿੱਚ ਰੁੱਖ ਹੁੰਦੇ ਸੀ ਬੰਬੀਆਂ ਤੇ ਜਾਂ ਕਿਸੇ ਦੇ ਡੇਰੇ ਤੇ ਰੁੱਖ ਹੋਣਾ, ਜਾਂ ਲੋਕਾਂ ਨੇ ਘਰਾਂ 'ਚ ਬੜੇ ਰੁੱਖ ਲਾਏ ਹੁੰਦੇ ਸੀ। ਤੇ 15-20 ਸਾਲ ਪਹਿਲਾਂ ਤੋਂ ਲੋਕਾਂ ਨੇ ਵੇਖਿਆ ਵੀ ਲੱਕੜ ਦਾ ਮੁੱਲ ਵੱਧ ਪੈਣ ਡਿਆ ਪਿਆ। 20 ਸਾਲ ਵਿੱਚ 20 ਸਾਲਾਂ ਦੇ ਤੇ ਜਿਹੜੇ ਦਾਦਿਆਂ ਪੜਦਾਦਿਆਂ ਨੇ ਅੰਬ ਲਾਏ ਸੀ ਜਾਂ ਕੋਈ ਹੋਰ ਫਲ ਵਾਲੇ ਬੂਟੇ ਜਾਂ ਪਪਲਰ ਹੀ ਜਾਂ ਪਿੱਪਲ ਹੀ, ਬੋਹੜ ਹੀ ਪਿੰਡਾਂ ਦੇ ਵਿੱਚ ਵੱਡੇ। ਪੰਚਾਇਤਾਂ ਵੇਖਿਆ ਬੋਹੜ ਜਿਹੜਾ 50,000 ਦਾ ਵੇਚ ਜਾਣਾ, ਜਿਹੜਾ ਸਰਪੰਚ ਬਣਿਆ ਉਹਨੇ ਬੋਹੜ ਵਢਾਤਾ, ਕਿਸੇ ਨੇ ਪਿੱਪਲ ਵਢਾਤਾ, ਕਿਸੇ ਨੇ ਕੋਹ ਵਢਾਤਾ। ਏਦਾਂ ਰੁੱਖ ਵੱਢ ਕੇ ਬੰਬੀਆਂ ਦੇ ਡੇਰਿਆਂ ਦੀ ਐ ਸਫਾਈ ਕਰ ਦਿੱਤੀ ਵੀ ਸਾਡੀ ਜੀ ਮਰਲਾ ਜਿਹੜੀ ਆ ਕਣਕ ਮਰ ਜਾਣੀ ਆ, ਕੋਈ ਇਹਦਾ ਝੋਨਾ ਮਰ ਜਾਣਾ। ਬਸ ਇਹਨਾਂ ਚੀਜ਼ਾਂ ਦੇ ਵਿੱਚ ਰੁੱਖ ਦੀ ਕੀਮਤ ਨਹੀਂ ਪਾਈ ਵੀ ਇਹ ਰੁੱਖ 40-50 ਸਾਲ ਲੱਗ ਕੇ ਏਡਾ ਵੱਡਾ ਹੋਇਆ ਵਾ, 17 ਸਾਲਾਂ 'ਚ ਏਡਾ ਵੱਡਾ ਬੋਹੜ ਬਣਿਆ ਵਾ, ਇਹਨੂੰ ਵੱਢ ਦੇਣ ਲੱਗੇ ਆਪਾਂ 1 ਮਿੰਟ ਦੇ ਵਿੱਚ, ਇਹਨੂੰ ਨਾ ਵੱਢੀਏ। ਪਰ ਆਪਣੇ ਸਿਰਫ ਪੈਸੇ ਦੀ ਭੁੱਖ ਨੂੰ ਪੂਰਾ ਕਰਨ ਵਾਸਤੇ 10-20 ਹਜ਼ਾਰ ਰੁਪਏ ਦੇ ਪਿੱਛੇ ਰੁੱਖਾਂ ਦਾ ਖਾਤਮਾ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਵਿੱਚ ਰੁੱਖ ਹੀ ਨਹੀਂ ਬਚਿਆ। ਘਰ ਬਣਨੇ ਸ਼ੁਰੂ ਹੋਏ ਪਿੰਡਾਂ ਦੇ ਵਿੱਚ ਵੀ ਤੇ ਡੱਬੀ ਵਰਗੇ ਘਰ ਬਣਨ ਲੱਗ ਗਏ। ਸਾਰਾ ਹੀ ਵਿਹੜਾ ਪੱਕਾ, ਅੰਦਰ ਦਾ ਅੰਦਰ ਘਰ ਦੇ ਵਿੱਚ ਰੁੱਖ ਲਾ ਕੇ ਕੋਈ ਰਾਜੀ ਨਹੀਂ। ਬੁੜੀਆਂ ਝਾੜੂ ਨਹੀਂ ਮਾਰਦੀਆਂ, ਕਹਿੰਦੀਆਂ ਪੱਤੇ ਖਿਲਰਦੇ ਨੇ। ਇਸੇ ਚੱਕਰ ਦੇ ਵਿੱਚ ਪਿੰਡਾਂ ਦੇ ਘਰਾਂ ਦੇ ਵਿੱਚੋਂ ਵੀ ਰੁੱਖਾਂ ਦਾ ਸਫਾਇਆ ਹੋ ਗਿਆ। ਸੋ ਅੱਜ ਪਾਣੀ ਦਾ ਪੱਧਰ ਐਡਾ ਤਰਸਯੋਗ ਹਾਲਤ ਹੋ ਗਿਆ ਵੀ ਨਲਕਾ ਜਿਹੜਾ ਵਾ ਕਿਸੇ ਵੀ ਇਲਾਕੇ ਦੇ ਵਿੱਚ ਕਿਤੇ ਨਹਿਰ ਦਾ ਲਾਗਾ ਹੋਵੇ ਤੇ ਭਾਵੇਂ ਨਲਕੇ ਦਾ ਪਾਣੀ ਆਉਂਦਾ ਹੋਵੇ, ਪਿੰਡਾਂ ਦੇ ਵਿੱਚ ਜਿੱਥੇ ਨਲਕੇ ਲੱਗੇ ਨਲਕੇ ਸੁੱਕ ਗਏ, ਨਲਕਿਆਂ ਦਾ ਪਾਣੀ ਆਉਣਾ ਬੰਦ ਹੋ ਗਿਆ। ਕਿਸੇ ਵੇਲੇ ਪੰਜਾਬ ਦੇ ਵਿੱਚ ਸਿਰਫ ਨਲਕੇ ਹੀ ਚੱਲਦੇ ਹੁੰਦੇ ਸੀ। ਨਲਕੇ ਵੀ ਮੁੱਕ ਗਏ, ਬੋਹੜ ਪਿੱਪਲ ਵੀ ਮੁੱਕ ਗਏ, ਰੁੱਖ ਵੀ ਮੁੱਕ ਗਏ। ਸੋਕਾ ਪੈ ਗਿਆ ਪੰਜਾਬ ਦੀ ਧਰਤੀ ਦੇ ਉੱਤੇ। ਮਾਲਵੇ ਦੇ ਕਿੰਨੇ ਮਤਲਬ ਗ੍ਰਿਡ ਜਿਹੜੇ ਆ ਪਾਣੀ ਤੋਂ ਬਿਲਕੁਲ ਸਮਾਪਤ ਹੋ ਗਏ। 2.5 ਦਰਿਆ ਜਿਹੜੇ ਪੰਜਾਬ ਦੇ ਵਿੱਚ ਵਗਦੇ ਸੀ, ਭਾਰਤ ਦੀ ਸਰਕਾਰ ਨੇ ਕਰੋੜਾਂ ਅਰਬਾਂ ਰੁਪਏ ਲਾ ਕੇ ਹਿਮਾਚਲ ਦੇ ਵਿੱਚ ਪਹਾੜੀਆਂ ਦੇ ਵਿੱਚੋਂ ਦੀ ਸੁਰੰਗਾਂ ਬਣਾ ਕੇ ਉਹਨਾਂ ਨੂੰ ਪਾਣੀ ਨੂੰ ਦਰਿਆਵਾਂ ਦਾ ਵਹਾਅ ਮੋੜਨ ਦਾ ਪੂਰਾ ਜ਼ੋਰ ਲਾਤਾ ਵਾ। ਉਹਨਾਂ ਨੇ ਆਉਣ ਵਾਲੇ ਦਿਨਾਂ ਜਿਹੜਾ ਥੋੜਾ ਬਹੁਤਾ ਆਉਂਦਾ ਇਹ ਵੀ ਸਮਾਪਤ ਕਰਕੇ ਪਰਿਓਂ ਦੀ ਉੱਤੋਂ ਦੀ ਕੱਢ ਕੇ ਅਰੁਣਾਚਲ ਵੱਲ ਨੂੰ ਪਰਿਓਂ ਦੀ ਤੇ ਆਪਣੇ ਵਾਲੇ ਪਾਸੇ ਕਰ ਲਿਆ। ਪੰਜਾਬ 'ਚ ਜਿਹੜਾ ਦਰਿਆ ਦਾ ਪਾਣੀ ਆਉਂਦਾ ਸੀ ਨਾ ਪੰਜਾਬ ਦੀ ਧਰਤੀ ਤੇ, ਅਰਬਾਂ ਰੁਪਏ ਲਾਏ ਭਾਰਤ ਦੀ ਸਰਕਾਰ ਨੇ, ਦਰਿਆ ਦਾ ਰੋਖ ਹੀ ਮੋੜਤਾ। ਜਦ ਕਿ ਰੀਪੇਰੀਅਨ ਲਾ ਜਿਹਦੇ ਮਤਲਬ ਇਹਦਾ ਮਤਲਬ ਕੀ ਆ, ਇਹ ਇੰਟਰਨੈਸ਼ਨਲ ਕਾਨੂੰਨ ਆ ਪਾਣੀਆਂ ਦਾ। ਰੀਪੇਰੀਅਨ ਲਾ ਜਿਹਨੂੰ ਕਿਹਾ ਜਾਂਦਾ, ਉਹਦੇ ਮੁਤਾਬਕ ਜਿਹੜੇ ਇਲਾਕੇ ਦੇ ਵਿੱਚੋਂ ਦੀ ਦਰਿਆ ਲੰਘਦਾ ਹੋਵੇ ਕੋਈ ਕੁਦਰਤੀ ਪਾਣੀ ਦਾ ਸੋਮਾ, ਸਾਰਾ ਅਧਿਕਾਰ ਉਸੇ ਇਲਾਕੇ ਦਾ। ਉਹਨੇ ਪਾਣੀ ਦੇਣਾ ਕਿਸੇ ਨੂੰ ਜਾਂ ਨਹੀਂ ਦੇਣਾ ਇਹ ਉਸ ਇਲਾਕੇ ਦੀ ਮਰਜ਼ੀ ਆ। ਸੋ ਪੰਜਾਬ ਦੇ ਵਿੱਚ ਕੀ ਹੋਣ ਡਿਆ, ਜਿੰਨਾ ਪੰਜਾਬ ਨੂੰ ਪਾਣੀ ਦੀ ਲੋੜ ਸੀ ਉਹਨਾਂ ਨੂੰ ਇੱਕ ਤੁਬਕਾ ਨਹੀਂ ਮਿਲ ਰਿਹਾ। ਤੇ ਜਿੱਦਾਂ ਹਰਿਆਣੇ ਨੂੰ ਤੇ ਰਾਜਸਥਾਨ ਨੂੰ, ਦਿੱਲੀ ਨੂੰ, ਰਾਜਸਥਾਨ ਨੂੰ ਸਿੱਧੀਆਂ ਆਨੰਦਪੁਰ ਸਾਹਿਬ ਤੋਂ ਤੁਸੀਂ ਨਹਿਰਾਂ ਵੇਖੀਆਂ ਹੋਣੀਆਂ ਵਾ, ਐ ਭਰੀਆਂ ਹੀ ਜਾਂਦੀਆਂ। ਉਹ ਰਾਜਸਥਾਨ ਜਿਹੜੇ ਮਾਰੂਥਲ ਇਲਾਕੇ ਸੀ ਉਹਨਾਂ ਨੂੰ ਪਾਣੀ ਜਾਂਦਾ ਰਿਹਾ। ਪੰਜਾਬ ਦੀ ਧਰਤੀ ਜਿਹੜੀ ਸੀ ਹਰੀ ਭਰੀ ਉਹ ਅੱਜ ਬੰਜਰ ਹੋ ਗਈ। ਪਾਣੀ 10 ਸਾਲਾਂ ਦੇ ਵਿੱਚ ਆਉਣ ਵਾਲੇ 10 ਸਾਲਾਂ ਦੇ ਵਿੱਚ ਬਿਲਕੁਲ ਇਹਦੀ ਐ ਕਲੀਨ ਹੋ ਜਾਊਗਾ। ਬਹੁਤੇ ਇਲਾਕਿਆਂ ਦੇ ਵਿੱਚ ਪੀਣ ਨੂੰ ਵੀ ਨਹੀਂ ਲੱਭਿਆ ਕਰੂਗਾ। ਤੇ ਜਿਹੜੇ ਦਰਿਆਵਾਂ ਦਾ ਅਸੀਂ ਕਹਿੰਦੇ ਪਾਣੀ ਮੁੱਕਦਾ ਨਹੀਂ, ਬੜੀਆਂ ਨਹਿਰਾਂ ਦਰਿਆ ਅਗਲਿਆਂ ਨੇ ਭਾਰਤ ਜਿਹੜੇ ਚਾਹੁੰਦਾ ਵਾ ਵੀ ਪੰਜਾਬ ਨੂੰ ਆਪਾਂ ਖਤਮ ਕਰਨਾ। ਭਾਰਤ ਦਾ ਪੱਕਾ ਇੱਕੋ ਇੱਕ ਇਰਾਦਾ ਵੀ ਪੰਜਾਬ ਦੇ ਲੋਕਾਂ ਨੂੰ ਆਪਾਂ ਭਿਖਾਰੀ ਬਣਾ ਕੇ ਜੁੱਤੀਆਂ ਮਾਰ ਕੇ ਇਹਨਾਂ ਨੂੰ ਨੌਕਰ ਬਣਾ ਕੇ ਆਪਾਂ ਇਹਨਾਂ ਦੇ ਉੱਤੇ ਰਾਜ ਕਰਨਾ। ਕਿਉਂ? ਇਹ ਕਿੱਦਾਂ ਹੋਣਾ? ਕਈ ਸੋਚਣਗੇ ਇਦਾਂ ਕਿੱਦਾਂ ਹੋ ਜੂ। ਆਪਾਂ ਕਰਦੇ ਸਾਰੇ ਖੇਤੀ। 12,000 ਪਿੰਡ ਪੰਜਾਬ ਦਾ ਸਾਰਾ ਕਰਦਾ ਖੇਤੀ, ਤੇ ਖੇਤੀ ਸਾਡਾ ਮੁੱਖ ਕਿੱਤਾ, ਮੁੱਖ ਧੰਦਾ ਪਿੰਡਾਂ ਵਿੱਚ ਸਾਡਾ ਖੇਤੀ ਆ। ਭਾਵੇਂ ਕੋਈ ਕਿੱਲਾ ਭਾਵੇਂ 2 ਕਿੱਲੇ, ਆਪਾਂ ਉੱਥੋਂ ਹੀ ਰੋਟੀ ਖਾਂਦੇ ਆ। ਜਦੋਂ ਸਾਡੇ ਕੋਲ ਖੇਤੀ ਨਾ ਰਹਿ ਗਈ, ਅਗਲੇ ਕਾਨੂੰਨ ਪਾਸ ਕੀਤੇ ਜਿਹੜੇ ਖੇਤੀ ਦੇ ਬਿੱਲ, ਕਾਨੂੰਨ 3, ਇਹਦੇ ਮੁਤਾਬਕ ਉਹਨਾਂ ਵੇਖਿਆ ਵੀ ਜੇ ਤੇ ਸਾਨੂੰ ਪੈਲੀ ਮਿਲ ਜੂ ਫਿਰ ਪਾਣੀ ਆਪਾਂ ਆਪਣੇ ਇਹਨਾਂ ਨੂੰ ਦੇ ਦਾਂਗੇ, ਤੇ ਜੇ ਨਹੀਂ ਮਿਲਦੀ ਤੇ ਆਪਣੇ ਕੋਲ ਤਰੀਕਾ ਹੈਗਾ ਦੂਜਾ। ਜਿੱਦਾਂ ਕਹਿੰਦੇ ਨਾ ਵੀ ਪਿਆਰ ਨਾਲ ਮੰਨ ਜਾਓ, ਨਹੀਂ ਤੇ ਜੁੱਤੀ ਨਾਲ ਮਨਾਵਾਂਗੇ। ਅਗਲੇ ਜੁੱਤੀ ਨਾਲ ਮਨਾਉਣ ਦੇ ਖੇਤੀ ਕਾਨੂੰਨਾਂ ਦੀ ਸ਼ਰੇਆਮ ਕਹਿੰਦੇ ਵੀ ਕਿਸਾਨ ਭੁੱਲ ਜਾਣ, ਖੇਤੀ ਕਾਨੂੰਨ ਰੱਦ ਹੋਣਗੇ। ਕਿਉਂਕਿ ਕਿਸੇ ਵੀ ਸਟੇਟ ਨੇ ਉਹ ਰੌਲਾ ਨਹੀਂ ਪਾਇਆ। ਸਿਰਫ ਪੰਜਾਬ ਤੇ ਹਰਿਆਣੇ 'ਚ ਵੀ ਕਿਸਾਨ ਸਿੱਖ ਵੱਸਦੇ, ਪੰਜਾਬ 'ਚ ਵੀ ਵੱਸਦੇ। ਤੇ ਇਹਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਲਓ ਵੀ ਦਿੱਲੀ ਲਾਲ ਕਿਲੇ ਦੀ ਹਿੰਸਾ ਦਾ ਜਿਹੜਾ ਮਾਮਲਾ ਝੂਠਾ ਪਾਇਆ ਗਿਆ, ਉਹਦੇ ਉੱਤੇ ਜਿਹੜੇ ਲੱਖਾਂ ਰੁਪਈਆਂ ਦੇ ਇਨਾਮ ਆ ਉਹ ਪੰਜਾਬ ਦੇ ਨੌਜਵਾਨਾਂ ਦੇ ਸਿਰ ਰੱਖੇ ਗਏ। ਹੁਣ ਤੱਕ ਪੰਜਾਬ ਦੇ ਪਿੰਡਾਂ 'ਚੋਂ ਚੁੱਕ ਕੇ ਨੌਜਵਾਨਾਂ ਨੂੰ ਦਿੱਲੀ ਖੜਿਆ ਗਿਆ। ਉਹਨਾਂ ਨੂੰ ਹਰ ਇੱਕ ਬੰਦੇ ਦੀ ਪਛਾਣ ਆ ਗਈ ਵੀ ਕਿਹੜੇ ਪਿੰਡ ਦਾ।
ਫਿਰ ਉਸ ਦੇ ਵਿੱਚ ਪੰਜਾਬ ਦੀ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਦਿੱਲੀ ਦੀ ਸਰਕਾਰ ਨੂੰ, ਭਾਰਤ ਦੀ ਸਰਕਾਰ ਨੂੰ, ਦਿੱਲੀ ਦੀ ਪੁਲਿਸ ਨੂੰ ਰੋਕਿਆ ਨਹੀਂ, ਬਲਕਿ ਪੰਜਾਬ ਦੀ ਪੁਲਿਸ ਨੇ ਖੁਦ ਨਾਲ ਜਾ ਕੇ ਉਹਨਾਂ ਨੌਜਵਾਨਾਂ ਨੂੰ ਫੜਾ ਕੇ ਦਿੱਲੀ ਦੀਆਂ ਜੇਲ੍ਹਾਂ ਦੇ ਵਿੱਚ ਜੁੱਤੀਆਂ ਮਰਵਾਈਆਂ। ਉੱਥੇ ਸਾਨੂੰ ਕੁੱਟਿਆ ਗਿਆ, ਸਾਡੇ ਕਕਾਰਾਂ ਦੀ ਬੇਅਦਬੀ ਹੋਈ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਗਈਆਂ, ਪੱਗਾਂ ਲਾਈਆਂ ਗਈਆਂ ਤੇ ਕਈ ਸਾਡਾ ਨੁਕਸਾਨ ਹੋਇਆ। ਪਰ ਕੋਈ ਵੀ ਬੰਦਾ ਨਹੀਂ ਬੋਲਿਆ ਜੋ ਸਿੱਧੇ ਸ਼ਬਦਾਂ 'ਚ ਦੱਸਦਾ ਵੀ ਖੇਤੀ ਕਾਨੂੰਨ ਬਣੇ ਹੀ ਸਾਡੇ ਸਿੱਖਾਂ ਨੂੰ ਮਾਰਨ ਵਾਸਤੇ ਆ, ਵੀ ਇਹਨਾਂ ਦਾ ਖਾਤਮਾ ਕਿੱਦਾਂ ਕਰਨਾ। ਸੋ ਪਾਣੀ ਦਾ ਪੱਧਰ ਜਿਸ ਹਿਸਾਬ ਦੇ ਨਾਲ ਡਿੱਗ ਪਿਆ ਤੇ ਲੋਕਾਂ ਨੂੰ, ਬਹੁਤਿਆਂ ਨੂੰ ਕਿਹਾ ਜਾਂਦਾ ਝੋਨਾ ਲਾਉਣਾ ਬੰਦ ਕਰ ਦਿਓ, ਤੇ ਕਹਿੰਦੇ ਫਿਰ ਆਪਾਂ ਕੀ ਲਾਈਏ, ਝੋਨਾ ਨਾ ਲਾਈਏ ਤੇ ਕੀ ਲਾਈਏ। ਚੌਲ ਪੰਜਾਬ ਦੇ ਲੋਕ ਕਿੰਨੇ ਖਾਂਦੇ ਆ, ਤੁਸੀਂ ਆਪਣੇ ਘਰਾਂ 'ਚ ਝਾਤੀ ਮਾਰ ਲਓ। ਆਪਾਂ ਖਾਂਦੇ ਨਹੀਂ, ਆਪਾਂ ਚੌਲ ਪੈਦਾ ਕਰ ਕਰਕੇ ਬਾਕੀ ਭਈਆ ਜਾਤ ਨੂੰ ਦੇਈ ਜਾਂਦੇ, ਉਹ ਖਾਈ ਕੇ ਨਜ਼ਾਰੇ ਲਈ ਜਾਂਦੇ ਆ। ਆਪ ਉਹਨਾਂ ਇਲਾਕਿਆਂ ਦੇ ਵਿੱਚ ਕਿਤੇ ਝੋਨਾ ਬੀਜਦੇ ਨਹੀਂ, ਦਾਲਾਂ ਹੀ ਬੀਜਦੇ। ਜਿਹੜਾ ਮਹਿੰਗਾ ਸੌਦਾ ਸਾਰਾ ਉੱਧਰ ਬੀਜਿਆ ਜਾਂਦਾ, ਆਪਾਂ ਕਣਕ ਝੋਨਾ ਬੀਜ ਕੇ ਉਹਨਾਂ ਦਾ ਇਹ ਜੀ ਭਾਰਤ ਦੇ ਮਤਲਬ ਲੋਕਾਂ ਨੂੰ ਪੰਜਾਬ ਨੇ ਰੋਟੀ ਖਵਾਤੀ। ਹੁਣ ਪੰਜਾਬ ਕੋਲ ਜਦੋਂ ਪਾਣੀ ਨਹੀਂ ਰਹੂਗਾ, ਪੰਜਾਬ ਪਾਣੀ ਪੀਣ ਨੂੰ ਕਿੱਥੋਂ ਲਊਗਾ। ਤੁਹਾਨੂੰ ਮੈਂ ਦੱਸਦਾ ਵੀ ਦਰਿਆ ਉਹਨਾਂ ਨੇ ਸੁਰੰਗਾਂ ਪੁੱਟ ਕੇ ਉਹਨਾਂ ਦਾ ਰੁੱਖ ਮੋੜਤਾ ਵਾ। ਬੜੀ ਵੱਡੀ ਮਤਲਬ ਬੜਿਆਂ ਜਾਣਿਆਂ ਨੇ ਚੇਤਾਵਨੀ ਦਿੱਤੀ ਵੀ ਦਰਿਆਵਾਂ ਦਾ ਰੁੱਖ ਮੋੜਨਾ ਸਭ ਤੋਂ ਘਟੀਆ ਗੱਲ ਭਾਰਤ ਸਰਕਾਰ ਦੀ, ਵੀ ਇੰਨਾ ਪੈਸਾ ਇਨਵੈਸਟ ਕੀਤਾ ਵੀ ਉਹ ਜਿਹੜਾ ਇਲਾਕਾ ਜਿਹ 'ਚ ਇਹ ਪਾਣੀ ਜਾਣ ਡਿਆ ਉਹ ਇਲਾਕੇ ਕਿੰਨੇ ਬੰਜਰ ਹੋ ਜਾਣਗੇ, ਸਰਕਾਰ ਇੱਧਰ ਧਿਆਨ ਕਿਉਂ ਨਹੀਂ ਦੇ ਰਹੀ। ਫਿਰ ਪੰਜਾਬ ਦੀ ਸਰਕਾਰ ਨੇ ਅੱਜ ਤੱਕ ਹਜ਼ਾਰਾਂ ਕਰੋੜਾਂ ਦਾ ਪਾਣੀ ਜਿਹੜਾ ਫ੍ਰੀ ਦਿੱਲੀ ਨੂੰ, ਹਰਿਆਣੇ ਨੂੰ, ਹਿਮਾਚਲ ਨੂੰ ਦਿੱਤਾ। 1 ਰੁਪਈਆ ਨਹੀਂ ਉਹਨਾਂ ਨੇ ਇਹਨਾਂ ਨੂੰ ਵਾਪਸ ਦਿੱਤਾ। ਰੀਪੇਰੀਅਨ ਲਾਅ ਦੇ ਅਨੁਸਾਰ ਪੰਜਾਬ ਨੂੰ ਪੈਸਾ ਦੇਣਾ ਬਣਦਾ ਸੀ, ਪਰ ਸਾਨੂੰ 1 ਵੀ ਰੁਪਈਆ ਨਹੀਂ ਮਿਲਿਆ। ਪੈਸਾ ਤਾਂ ਸਾਨੂੰ ਕੀ ਮਿਲਣਾ, ਪੰਜਾਬ ਨੂੰ ਪੰਜਾਬ ਦਾ ਪਾਣੀ ਨਹੀਂ ਮਿਲਿਆ। ਤੁਹਾਨੂੰ ਮੈਂ ਦੱਸਿਆ ਵੀ ਸਾਡੇ ਪਿੰਡਾਂ 'ਚ ਪਾਣੀ ਆਉਣਾ ਬੰਦ ਹੀ ਹੋ ਗਿਆ। ਸੋ ਇਸ ਹਿਸਾਬ ਦੇ ਨਾਲ ਨਲਕੇ ਸੁੱਕ ਗਏ ਆ, ਸਮਰਸੀਬਲਾਂ ਵੀ ਸੁੱਕਣੀਆਂ ਨੇ, ਕਿਉਂਕਿ ਇਦਾਂ ਤੇ ਹੈ ਨਹੀਂਗਾ ਵੀ 1000 ਫੁੱਟ ਥੱਲੇ ਬੋਰ ਕੱਢ ਕੇ ਅਸੀਂ ਪਾਣੀ ਕੱਢ ਲਾਂਗੇ, ਕਿਉਂਕਿ ਆਖਰੀ ਲੇਅਰ ਆ ਪਾਣੀ ਦੀਆਂ ਵੀ ਪਰਤਾਂ ਹੀ। ਸਭ ਤੋਂ ਪਹਿਲਾਂ ਉੱਪਰ ਵਾਲੀ ਮੁੱਕੀ, ਫਿਰ ਉੱਤੋਂ ਥੱਲੇ ਵਾਲੀ, ਉੱਤੋਂ ਥੱਲੇ ਵਾਲੀ। ਹੁਣ ਜਿਹੜੀ ਆਖਰੀ ਆਪਾਂ ਵਰਤਣੇ ਸਿਰਫ ਆਖਰੀ, ਇਹ ਤੋਂ ਥੱਲੇ ਪਾਣੀ ਹੈ ਨਹੀਂ। ਹੁਣ ਜਦੋਂ ਇਹ ਮੁੱਕ ਗਈ ਤੇ ਫਿਰ ਜਿੱਦਾਂ ਇੱਕ ਮੈਂ ਫੋਟੋ ਵੀ ਪਾਈ ਸੀ ਪਿੱਛੇ ਜੇ, ਪੋਸਟ ਪਾਈ ਸੀ ਪਾਣੀ ਦੀ ਨਾਲ, ਵੀ ਇੱਕ ਸਮੁੰਦਰੀ ਜਹਾਜ਼ ਖਲੋਤੇ ਆ ਤੇ ਆਲੇ ਦੁਆਲੇ ਰੇਗਿਸਤਾਨ, ਬੰਜਰਵਾ ਰੇਗਿਸਤਾਨ 'ਚ ਹੀ ਖਲੋਤੇ। ਉਹ ਕਿਸੇ ਵੇਲੇ ਉੱਥੇ ਹੱਸਦਾ ਵਸਦਾ ਸਮੁੰਦਰ ਹੀ, ਪਰ ਹਾਲਾਤਾਂ ਦੇ ਅਨੁਸਾਰ ਜਿਹੜਾ ਵਾ ਉਹ ਰੇਗਿਸਤਾਨ ਬੰਜਰ ਬਣ ਗਿਆ। ਹੁਣ ਪੰਜਾਬ 'ਚ ਨਾ ਤੇ ਕੋਈ ਰੁੱਖ ਲਾ ਕੇ ਰਾਜੀ, ਨਾ ਪੰਜਾਬ ਦੇ ਲੋਕ ਆਪਣੇ ਲੀਡਰਾਂ ਨੂੰ ਸਵਾਲ ਪੁੱਛ ਕੇ ਰਾਜੀ, ਤੇ ਪੰਜਾਬ ਦੇ ਲੀਡਰ ਪੰਜਾਬ ਦਾ ਭਲਾ ਕਰਕੇ ਨਹੀਂ ਰਾਜੀ। ਉਹ ਇਸ ਕਰਕੇ ਵੀ ਦਿੱਲੀ ਸਰਕਾਰ ਦੀ ਜੁੱਤੀ ਚੱਟ ਕੇ ਤੇ ਇਹਨਾਂ ਨੂੰ ਅਹੁਦਾ ਮਿਲਦਾ। ਕਈ ਕਹਿਣਗੇ ਜੀ ਪੰਜਾਬ 'ਚ ਜਾਂ ਭਾਰਤ ਦੇ ਵਿੱਚ ਡੈਮੋਕ੍ਰੇਸੀ ਆ। ਡੈਮੋਕ੍ਰੇਸੀ ਦਾ ਮਤਲਬ ਹੁੰਦਾ ਲੋਕਤੰਤਰ, ਵੀ ਲੋਕਾਂ ਦਾ ਰਾਜ, ਲੋਕ ਵੋਟਾਂ ਪਾਉਂਦੇ ਆ ਤੇ ਲੀਡਰ ਚੁਣਿਆ ਜਾਂਦਾ। ਇਹ ਉਹਨਾਂ ਦਾ ਭੁਲੇਖਾ ਮੈਂ ਇਸ ਤਰ੍ਹਾਂ ਕੱਢਾਂ ਵੀ ਭਾਈ ਅਮਰੀਕ ਸਿੰਘ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, 13ਵੇਂ ਮੁਖੀ ਦਮਦਮੀ ਟਕਸਾਲ, ਉਹਨਾਂ ਦੇ ਸੁਪੁੱਤਰ, ਉਹਨਾਂ ਨੇ ਇਲੈਕਸ਼ਨ ਲੜੀ ਸੀ ਉਮਰਾ ਨੰਗਲ ਦੇ ਖਿਲਾਫ। ਐਡੇ ਤਗੜੇ ਮਤਲਬ ਇੱਕ ਸ਼ਖਸੀਅਤ, ਤੇ ਉਹਨਾਂ ਨੂੰ ਭਾਰਤ ਦੀ ਸਰਕਾਰ ਨੇ ਜਿੱਤਣ ਨਹੀਂ ਦਿੱਤਾ ਤੇ ਉਹਨਾਂ ਦੇ ਖਿਲਾਫ ਦੋਸ਼ੀ ਜਿਹੜਾ ਦੁਸ਼ਟ ਬੰਦਾ ਜਿੱਤ ਗਿਆ। ਜਿੱਦਾਂ ਬੀਬੀ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਜਿਹੜੀ ਆ ਬੀਬੀ ਖਾਲੜਾ, ਆ MP ਦੀ ਇਲੈਕਸ਼ਨ 'ਚ ਹਾਰ ਗਈ ਤੇ ਉਹਨਾਂ ਨੇ ਦੂਜਾ ਕਾਂਗਰਸੀ ਜਿਹੜਾ ਲੀਡਰ ਜਿੱਤ ਗਿਆ। ਸੋ ਜੇ ਕੋਈ ਸੋਚਦਾ ਵੀ ਸ਼ਾਇਦ ਮੈਂ ਚੰਗਾ ਬੰਦਾ ਵਾਂ, ਤੇ ਲੋਕੀ ਭਾਵੇਂ ਭਰਾਵੋ ਤੁਹਾਡੇ ਨਾਲ ਕਰੋੜਾਂ ਦੀ ਗਿਣਤੀ ਦੇ ਵਿੱਚ ਹੁਣ ਲੀਡਰ ਉਹੀ ਜਿੱਤਣਾ ਦੋਵਾਂ ਤਿੰਨਾਂ ਪਾਰਟੀਆਂ 'ਚ ਜਿਹੜਾ ਭਾਰਤ ਸਰਕਾਰ ਦਾ ਪੁਤਲਾ ਵਾ, ਭਾਵੇਂ ਉਹ ਕੈਪਟਨ ਹੋਵੇ, ਭਾਵੇਂ ਉਹ ਆਜੇ ਬਾਦਲ। ਦੋਵਾਂ ਨੇ ਜੋ ਭਾਰਤ ਦੀ ਸਰਕਾਰ ਆਖੂਗੀ ਉਹਦੇ ਅਕੋਰਡਿੰਗ ਕੰਮ ਕਰਨਾ, ਕਿਉਂਕਿ ਇਹਨਾਂ ਬੰਦਿਆਂ ਦਾ ਸਟੈਂਡ ਹੀ ਨਹੀਂ। ਜੇ ਹੁੰਦੀ ਨਾ ਜੁਰਤ ਬੰਦੇ ਦੀ, ਗਟਸ ਹੁੰਦੀ ਆ ਜਾਂ ਜ਼ਮੀਰ, ਇਹਨਾਂ ਦੀ ਜ਼ਮੀਰ ਮਰੀ ਆ ਸ਼ੁਰੂ ਤੋਂ। ਕੈਪਟਨਾਂ ਦੀ ਤੇ ਸ਼ੁਰੂ ਤੋਂ ਮਰੀ, ਅੰਗਰੇਜ਼ਾਂ ਦੇ ਵੇਲੇ ਤੋਂ ਆਪਣੇ ਲੋਕ ਇਹਨਾਂ ਨੇ ਕਤਲ ਕਰਵਾਏ ਆ। ਪਰ ਸਾਡੇ ਲੋਕ ਫੇਰ ਵੇਖੋ ਵੀ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਕੌਮ ਦੇ ਵਾਸਤੇ, ਉਹਨਾਂ ਨੂੰ ਅੱਤਵਾਦੀ ਕਹਿੰਦੇ ਆ ਆਪ ਹੀ, ਤੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਕਹਿੰਦੇ ਇਹਨਾਂ ਨੂੰ ਵੋਟਾਂ ਨਾ ਪਾਈਏ ਤੇ ਕਿਹਨੂੰ ਪਾਈਏ। ਆਪਾਂ ਨਹੀਂ ਰੋਕਦੇ, ਨਾ ਹੀ ਕਹਿੰਦੇ ਨਾ ਵੋਟਾਂ ਪਾਓ, ਜਿਹਦਾ ਜੀ ਕਰਦਾ ਕਰੀ ਜਾਓ। ਆਪਣਾ ਕੰਮ ਸੱਚ ਦੱਸਣਾ ਕਿ ਆਹ ਭਰਾਵੋ ਅਸਲੀਅਤ ਦੇ, ਜਿੱਦਾਂ ਇੱਕ ਥਾਲੀ ਦੇ ਵਿੱਚ ਜ਼ਹਿਰ ਰੱਖੀ ਹੋਵੇ ਤੇ ਆਪਾਂ ਦੱਸ ਦਈਏ ਕਿ ਭਰਾਵਾ ਆਹ ਜ਼ਹਿਰ ਹੀ ਹੋ, ਖਾਣੀ ਆ ਤੇ ਤੇਰੀ ਮਰਜ਼ੀ, ਨਹੀਂ ਖਾਣੀ ਤਾਂ ਵੀ ਤੇਰੀ ਮਰਜ਼ੀ। ਸੋ ਆਪਾਂ ਕਿਸੇ ਨੂੰ ਕੁਛ ਨਹੀਂ ਕਹਿੰਦੇ। ਸਾਡਾ ਕੰਮ ਆ ਆਪਣੇ ਨੌਜਵਾਨ ਭਰਾਵਾਂ ਨੂੰ ਸੁਚੇਤ ਕਰਨਾ, ਕਿਉਂਕਿ ਆਪਾਂ ਵੀ ਤੁਹਾਡੀ ਉਮਰ ਦੇ ਹੀ ਆ। ਤੇ ਇਸ ਕਰਕੇ ਦਿਲ ਕਰਦਾ ਕਿ ਜਿਹੜੇ ਮੇਰੇ ਭਰਾ ਗੀਤਾਂ ਗਾਣਿਆਂ ਵਿੱਚ ਫਸੇ ਪਏ ਆ ਉਹਨਾਂ ਨੂੰ ਸੁਚੇਤ ਕੀਤਾ ਜਾਵੇ ਕਿ ਵੀਰੋ ਸਾਡੀ ਲੜਾਈ ਗਾਉਣ ਵਾਲਿਆਂ ਦੇ ਪਿੱਛੇ ਨਹੀਂ, ਸਾਨੂੰ ਹੋਰ ਬੜੀਆਂ ਲੜਾਈਆਂ ਲੜਨ ਦੀ ਲੋੜ ਆ। ਜਿਹੜੀਆਂ ਅਸਲੀ ਲੜਾਈਆਂ ਨੇ ਇਹ ਫੋਕੀਆਂ ਲੜਾਈਆਂ ਤੋਂ ਆਪਾਂ ਆਪਣੇ ਆਪ ਨੂੰ ਬਚਾ ਲਈਏ ਤੇ ਚੰਗੇ ਰਵਾਂਗੇ, ਨਹੀਂ ਤਾਂ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਹੋ ਸਕਦਾ। ਸੋ ਲੀਡਰ ਜਿਹੜੇ ਆ ਪੰਜਾਬ ਦੇ ਵਿੱਚ, ਕੋਈ ਗੰਦਾ ਗੀਤ ਆਉਂਦਾ, ਮਾੜੀ ਫਿਲਮ ਆਉਂਦੀ ਆ, ਉਹ ਚੱਲ ਜਾਂਦੀ ਆ। ਪੰਜਾਬ ਦੇ ਹਾਲਾਤਾਂ ਦੇ ਕੋਈ ਸੱਚੀ ਫਿਲਮ ਬਣਾ ਦਿਓ, ਸੱਚੀ ਗੀਤ ਗਾ ਦਿਓ ਤੇ ਉਹ ਗੀਤ ਦੇ ਉੱਤੇ ਬੈਨ ਲੱਗ ਜਾਂਦਾ, ਉਹ YouTube ਚੈਨਲ ਤੇ ਬੈਨ ਲੱਗ ਜਾਂਦਾ। ਉਹ ਪੇਜ ਜਿੱਦਾਂ ਮੇਰੇ ਵਰਗਾ ਪੇਜ ਆ, ਮੇਰੇ ਪੇਜ ਦੀ ਰੀਚ ਹੀ 0 ਕਰਤੀ। ਪਰ ਮੇਰੀ ਪੇਜ ਦੀ ਪੋਸਟ ਭਾਵੇਂ ਪਬਲਿਕ ਪੇਜ ਆ ਨਾ ਮੇਰੇ ਭਰਾਵੋ, ਇਹਦੀ ਇੱਕ ਵੀ ਪੋਸਟ ਕਿਸੇ ਬਾਹਰ ਦੇ ਬੰਦੇ ਨੂੰ ਸ਼ੋ ਨਹੀਂ ਹੁੰਦੀ।
ਜਿੱਦਾਂ ਤੁਸੀਂ ਸਕਰੋਲ ਡਾਊਨ ਕਰ ਕਰਕੇ ਸਟੋਰੀਆਂ ਵੇਖਦੇ ਲੋਕਾਂ ਦੀਆਂ ਜਾਂ ਫੋਟੋਆਂ ਤੁਹਾਨੂੰ ਜਿੱਦਾਂ ਇੰਸਟਾਗ੍ਰਾਮ ਤੇ ਆ ਜਾਂਦੀਆਂ ਵਾ ਵੇਖਣੀਆਂ, ਆਮ ਲੋਕਾਂ ਦੀਆਂ ਵੀ ਸ਼ੋਅ ਹੋਈ ਜਾਂਦੀਆਂ, ਮੇਰੀ ਕਿਸੇ ਨੂੰ ਸ਼ੋਅ ਨਹੀਂ ਹੁੰਦੀ। ਐਦਾਂ ਦਾ ਬੈਨ ਲੱਗਾ। ਸੋ ਮੇਰੇ ਭਰਾਵੋ ਐਦਾਂ ਦਾ ਹਾਲਾਤ ਸਾਡੇ ਨਾਲ ਹੋਣੇ ਆ ਵੀ ਜਿਹੜੇ ਅਸੀਂ ਗੀਤ ਸੁਣ ਕੇ ਨੱਚਦੇ ਆ ਨਾ, ਸਾਨੂੰ ਪਾਣੀ ਨਹੀਂ ਪੀਣ ਨੂੰ ਮਿਲਣਾ। ਤੇ ਜੇ ਕੋਈ ਸੋਚਦਾ ਭਾਰਤ ਦੀ ਸਰਕਾਰ ਨੇ ਤੁਹਾਨੂੰ ਬਚਾਉਣਾ, ਤੇ ਜਿਹੜੇ ਕਹਿੰਦੇ ਅਸੀਂ ਭਾਰਤੀ ਆਪਾਂ ਕੀ ਖਾਲਿਸਤਾਨ ਕਰਨਾ, ਫਲਾਣ ਭਕਾਣਾ, ਨੂੰ ਖਾਲਸਾ ਰਾਜ ਦੀ ਕੀ ਲੋੜ ਆ, ਬੜਾ ਵਧੀਆ ਰਹਿਣ ਦੇ ਭਾਰਤ ਨਾਲ, ਉਹਨਾਂ ਨੂੰ ਵੀ ਨਹੀਂ ਆਪਾਂ ਕਹਿੰਦੇ ਮੰਗੋ। ਕਿਉਂਕਿ ਹਾਲਾਤ ਬੰਦੇ ਨੂੰ ਇਦਾਂ ਦਾ ਮਜਬੂਰ ਕਰ ਦਿੰਦੇ ਆ ਨਾ, ਜਿੰਨੇ ਕਦੀ ਕੁੱਤੇ ਤੇ ਸੋਟਾ ਨਹੀਂ ਨਾ ਮਾਰਿਆ ਉਹ AK-47 ਨੂੰ ਵੀ ਹੱਥ ਪਾ ਲੈਂਦਾ ਜਦੋਂ ਉਹਦੇ ਤੇ ਆਪਣੇ ਦੇ ਆਣ ਕੇ ਪੈ ਜਾਂਦੀ ਆ। ਜਦੋਂ ਕਿਸੇ ਨਾਲ ਮਾੜਾ ਹੁੰਦਾ ਆਪਾਂ ਤਾੜੀਆਂ ਮਾਰ-ਮਾਰ ਹੱਸਦੇ ਆ, ਜਦੋਂ ਆਪਣੇ ਤੇ ਪੈ ਜਾਂਦੀ ਆ ਫੇਰ ਸਾਨੂੰ ਪਤਾ ਲੱਗਦਾ ਵੀ ਅਸੀਂ ਹੁਣ ਕਿਸ ਨੂੰ ਮਾਰਨਾ। ਸੋ ਪੰਜਾਬ ਦੇ ਹਾਲਾਤਾਂ ਦੇ ਉੱਤੇ ਫਿਲਮਾਂ ਵਾਲਿਆਂ ਨੂੰ ਦੱਸਣਾ ਚਾਹੀਦਾ ਸੀ, ਗੀਤ ਵਾਲਿਆਂ ਨੂੰ ਚੰਗੇ ਗਾਉਣੇ ਚਾਹੀਦੇ ਸੀ, ਪਰ ਇਹ ਆਪਣੇ ਗੀਤ ਗਾ ਕੇ ਫੁਕਰੀਆਂ ਮਾਰ ਕੇ ਇੱਕ ਦੂਜੇ ਨਾਲ ਲੜਾਈਆਂ ਲਈ ਜਾਂਦੇ। ਇੰਟਰਨੈਟ ਦੇ ਉੱਤੇ ਆਪਣੇ ਆਪ ਦੇ ਵਿੱਚ ਸਟਾਰ ਬਣੇ ਆਪੇ ਹੀ। 2% 1.8% ਸਾਡੀ ਆਬਾਦੀ ਯਾਰ ਦੁਨੀਆ ਦੇ ਵਿੱਚ, 1.8 ਭਾਰਤ ਦੇ ਵਿੱਚ ਵਾ, ਤੇ ਸਾਰੀ ਦੁਨੀਆ 'ਚ ਇੱਥੋਂ ਹੀ ਗਏ ਆਪਾਂ, ਤੇ ਸਾਡੀ ਦੁਨੀਆ ਵਿੱਚ ਪਤਾ ਨਹੀਂ 0.0 ਕਿੰਨੇ % ਹੋਣੀ ਆ, ਤੇ ਆਪਾਂ ਆਪਣੇ ਆਪ 'ਚ ਸਟਾਰ ਬਣੇ। ਹਾਲੀਵੁੱਡ ਤੱਕ ਚੜ੍ਹਾਈ ਹੋ ਗਈ ਸਾਡੀ ਜੀ, ਫਲਾਣੇ ਥਾਂ ਹੋ ਗਈ। ਕਿੱਥੇ ਹੋਈ ਚੜ੍ਹਾਈ? ਕਿਤੇ ਨਹੀਂ ਜੀ ਹੋਈ। ਇਹ ਤੁਹਾਡਾ ਵਹਿਮ ਆ। ਜੇ ਤੁਹਾਡੀ ਚੜ੍ਹਾਈ ਹੋਵੇ ਨਾ ਹਾਲੀਵੁੱਡ ਤੱਕ ਤੇ ਵਿਦੇਸ਼ਾਂ ਦੇ ਵਿੱਚ ਤੁਹਾਡੀ ਚੜ੍ਹਾਈ ਹੋਵੇ, ਤੇ ਜੱਗੀ ਜੌਲ, ਜਗਤਾਰ ਸਿੰਘ ਜੌਲ, ਬ੍ਰਿਟਿਸ਼ ਸਕਾਟਲੈਂਡ ਦਾ ਬਾਰਨ, ਭਾਰਤ ਦੇ ਵਿੱਚ ਪਹਿਲੀ ਵਾਰੀ ਆਇਆ, ਤੇ ਭਾਰਤ ਦੀ ਜੇਲ੍ਹ ਦੇ ਵਿੱਚ ਪਿਛਲੇ 3-4 ਸਾਲਾਂ ਤੋਂ ਸੜੀ ਜਾਂਦਾ ਨਾ, ਤੇ ਜੇ ਤੁਹਾਡੀ ਭਾਰਤ ਦੀਆਂ ਬਾਹਰਲੇ ਦੇਸ਼ਾਂ ਵਿੱਚ ਚੜ੍ਹਾਈ ਹੁੰਦੀ, ਤੁਹਾਡੀ ਸੁਣਵਾਈ ਹੁੰਦੀ, ਤੇ ਬ੍ਰਿਟਿਸ਼ ਗਵਰਨਮੈਂਟ ਉਹਨੂੰ ਦੂਜੇ ਦਿਨ ਖੜ ਸਕਦੀ, ਕਿਉਂਕਿ ਉਹਦੇ ਖਿਲਾਫ ਕੋਈ ਸਬੂਤ ਨਹੀਂ ਹੈਗਾ। ਸਾਡੀ 0 ਔਕਾਤ ਆ ਦੁਨੀਆ ਦੇ ਵਿੱਚ, ਆਪਾਂ ਕੁਛ ਨਹੀਂ ਹੈਗੇ। ਆਪਣੇ ਆਪ 'ਚ ਗੱਲਾਂ ਕਰੀ ਜਾਈਏ, ਮੂੰਹੋਂ ਮੀਆਂ ਮਿੱਠੂ ਬਣੀ ਜਾਈਏ, ਤੇ ਆਪਾਂ ਜਿੰਨੇ 100 ਵਾਰੀ ਬਣੀਏ, ਪਰ ਆਪਾਂ ਕੁਛ ਨਹੀਂ ਹੈਗੇ। ਨਾ ਹੀ ਸਾਡੀ ਕਿਤੇ ਸੁਣਵਾਈ ਆ, ਨਾ ਸਾਨੂੰ ਕਿਸੇ ਨੇ ਪੁੱਛਣਾ। ਪੰਜਾਬ ਦੇ ਲੋਕਾਂ ਨੇ ਸਾਨੂੰ, ਜਿੱਦਾਂ ਪੰਜਾਬ ਦੀ ਪੁਲਿਸ ਆ ਤੇ ਪੰਜਾਬ ਦੇ ਲੀਡਰ ਆ, ਉਹੀ ਜਿਹੜਾ ਕੋਈ ਬੰਦਾ ਪੰਜਾਬ ਦੇ ਹੱਕਾਂ ਲਈ ਲੜਦਾ ਉਹਨੂੰ ਕਤਲ ਕਰਕੇ ਤੇ ਖਤਮ ਕਰ ਦਿੰਦੇ ਆ। ਆਂਦੇ ਨਾ ਬੋਲੋ। ਇਹਨਾਂ ਦੇ ਨਿਆਣੇ ਨੇ ਵੀ ਇੱਥੇ ਪਲਣਾ। ਜਿਹੜੇ ਪੁਲਸੀਏ ਆ ਨਾ, ਜਿਹੜੇ ਸਰਕਾਰਾਂ ਦੇ ਪਿੱਛੇ ਲੱਗ ਕੇ ਆਮ ਮੁੰਡਿਆਂ ਨੂੰ ਮਾਰਦੇ ਆ, ਇਹਨਾਂ ਦੇ ਨਿਆਣਿਆਂ ਨੇ ਵੀ ਪਾਣੀ ਨੂੰ ਰੋਣਾ ਇੱਕ ਦਿਨ। ਤੇ ਜਿਹੜੇ ਲੀਡਰ ਆ ਇਹ ਕਹਿੰਦੇ ਅਸੀਂ ਪੰਜਾਬ ਦੇ ਵਿੱਚ ਰਾਜ ਕਰਨਾ, ਜਿਹੜੇ ਇਹ ਵੇਲੇ ਆ ਪੱਗਾਂ ਵਾਲੇ ਤੁਰੇ ਫਿਰਦੇ ਨਾ ਪੰਜਾਬ 'ਚ, ਬੜੇ ਵੀ ਅਸੀਂ ਪੰਜਾਬ ਦੇ ਲੀਡਰ ਆ। ਖਲੋ ਜੋ 10 ਸਾਲ ਇੱਥੇ, ਲੀਡਰ ਉਹਨਾਂ ਹੀ ਰਾਜ ਕਰਨਾ, BJP ਪਾਰਟੀ ਨੇ ਉਹਨਾਂ ਹੀ ਰਾਜ ਕਰਨਾ, ਉਹਨਾਂ ਹੀ ਸਭ ਕੁਝ ਕਰਨਾ ਪੰਜਾਬ ਦੇ ਵਿੱਚ। ਉਹ ਕਿੱਦਾਂ ਹੋਣਾ ਮੈਂ ਤੁਹਾਨੂੰ ਦੱਸ ਦਿੰਦਾ। ਅਕਾਲੀਆਂ ਦੀ ਪਾਰਟੀ ਵੱਖਰੀ ਆ, ਕਾਂਗਰਸੀਆਂ ਦੀ ਪਾਰਟੀ ਵੱਖਰੀ ਆ, ਹੋਰ ਵੀ 2-3 ਪਾਰਟੀਆਂ ਆ ਗਈਆਂ। ਇਹਨਾਂ ਵਿੱਚ ਜਿਹੜੇ ਆ ਆਪਣੇ ਜਿਹੜੇ ਆ ਨਾ ਜੱਟ ਜਿਹੜੇ ਬੰਦੇ ਆ, ਜਾਂ ਹੋਰ ਕੋਈ ਸਿੱਖ ਧਰਮ ਨਾਲ ਸੰਬੰਧਿਤ ਬੰਦੇ, ਪੰਜਾਬੀ ਜਿਹੜੇ ਸਿੱਖ, ਕਿਉਂਕਿ ਸਿੱਖਾਂ ਦੀ ਗਿਣਤੀ ਪੰਜਾਬ ਦੇ ਵਿੱਚ ਮਤਲਬ 50-52% ਆ, ਉਹ ਆਪਣੇ ਆਪ ਦੇ ਵਿੱਚ ਬੜੇ ਮਸ਼ਰੇ ਫਿਰਦੇ ਆ, ਤੇ ਉਹ ਇਹਨਾਂ ਪਾਰਟੀਆਂ ਨਾਲ ਜੁੜੇ ਆ, ਵੰਡੇ ਆ। ਪਰ ਜਿਹੜੀ ਹਿੰਦੂ ਵੋਟ ਆ ਜਾਂ ਕੋਈ ਹੋਰ ਵੋਟ ਆ, ਪੱਕੀ ਉਹਨਾਂ ਦੀ ਆ, ਉਹ ਪੈਣੀ ਉੱਥੇ ਆ ਜਿੱਦਣ ਮਰਜੀ ਉਹਨਾਂ ਨੇ, ਜਿੱਦਣ ਐਲਾਨ ਕਰਤਾ ਉਹਨਾਂ ਲੈ ਕੇ ਛੱਡਣੀਆਂ। ਬਾਕੀ ਉਹਨਾਂ ਦੀ ਕਾਨੂੰਨ ਤੰਤਰ, ਉਹਨਾਂ ਦਾ ਏਜੰਸੀਆਂ, ਉਹਨਾਂ ਦੀਆਂ ਫੌਜ, ਉਹਨਾਂ ਦੀ ਸਾਰਾ ਕੁਝ ਉਹਨਾਂ ਦਾ, ਆਪਾਂ ਕੌਣ ਆ? ਇਹ ਆਪਣੇ ਆਪ ਦੇ ਵਿੱਚ ਲੀਡਰ ਮਸ਼ਰੇ ਫਿਰਦੇ। ਸ਼ਾਇਦ ਪੰਜਾਬ ਦੇ ਲੋਕਾਂ ਕਰਕੇ ਬਚੇ ਆਏ, ਕਿੰਨਾ ਕਰਕੇ ਜਿਹੜੇ ਜੁਝਾਰੂ ਥੋੜੇ ਜੇ, ਜਿਨ੍ਹਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਗਈ ਜਿਹੜੀ ਸਿੱਖੀ ਆ, ਉਹਨਾਂ ਵੱਲੋਂ ਬਖਸ਼ਿਆ ਗਿਆ ਜਿਗਰਾ ਵਾ, ਜਜ਼ਬਾ ਵਾ, ਉਹ ਅਜੇ ਪੰਜਾਬ ਦੇ ਵਿੱਚ ਬਚੇ ਆ। ਉਹਨਾਂ ਦੇ ਕਰਕੇ ਭਾਰਤ ਡਰਦਾ ਵੀ ਜੇ ਇਹਨਾਂ ਨੇ ਹੱਥ ਪਾ ਲਿਆ ਤੇ ਇਹਨਾਂ ਅਮਰੀਕਾ, ਕੈਨੇਡਾ, ਇੰਗਲੈਂਡ ਤੋਂ ਵੀ ਮੋੜਨਾ ਆਪਣੇ ਹੱਕਾਂ ਦੇ ਵਾਸਤੇ, ਜਿੱਦਾਂ ਪਹਿਲਾਂ ਮੁੜੇ ਆ। ਇਸ ਕਰਕੇ ਇਹ ਥੋੜੇ ਜਿਹੇ ਲੀਡਰ ਬਚੇ ਆ, ਉਹਨਾਂ ਨੇ ਇਹਨਾਂ ਨੂੰ ਵਰਤਿਆ। ਤੇ ਜਿੱਦਾਂ ਸਾਡੀਆਂ ਸਿੱਖੀ ਦੀਆਂ ਸ਼੍ਰੋਮਣੀ ਕਮੇਟੀ ਆ, ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਆ, ਜਗੀਰੋ ਕੁੱਤੀ ਜਾ ਕੇ ਉੱਥੇ, ਤੇ ਉਹ ਆਪ ਸਟੇਜ ਉੱਤੇ ਰੌਲਾ ਪਾ ਕੇ ਆ ਜਾਂਦੀ ਆ, ਪਰ ਕੌਮ ਦੇ ਹੱਕਾਂ ਦੀ ਗੱਲ ਨਹੀਂ ਹੋਣ ਦਿੰਦੀ। ਤੇ ਇਹੋ ਜਿਹੀਆਂ ਜਿਹੜੀਆਂ ਦੁਸ਼ਟ ਜਨਾਨੀਆਂ, ਜਿਹਨੇ ਆਪਣੀ ਕੁੜੀ ਦਾ ਆਪੇ ਕਤਲ ਕੀਤਾ, ਜਗੀਰੋ ਨੇ, ਜਗੀਰੋ ਕੁੜੀ ਮਾਰ, ਉਹ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣੀ ਆ, ਫੇਸ਼ੀਅਲ ਉਹ ਕਰਦੀ ਆ, ਮੂੰਹ ਦੇ ਵਾਲ ਉਹਨੇ ਰਗੜਾਏ ਆ, ਤੇ ਐਡੀ ਨਕੰਮੀ ਜਨਾਨੀ, ਸੱਚੇ ਲੰਗਾਹ ਵਰਗੇ, ਤੇ ਇਹ ਜਿਹੜੇ ਬਾਦਲ ਵਰਗੇ ਆ, ਆਪਾਂ ਇਹਨਾਂ ਨੂੰ ਵੋਟਾਂ ਪਾ ਕੇ ਆਪਾਂ ਬਣਾਇਆ ਵਾ ਲੀਡਰ। ਤੇ ਜਿਹੜੀ ਅਸਲੀਅਤ ਸਾਨੂੰ ਜਾਣਨ ਦੀ ਲੋੜ ਆ, ਉਹ ਆਪਾਂ ਸਿਰਫ ਤੇ ਸਿਰਫ ਕਿਤੇ ਖੂਹ ਦੇ ਵਿੱਚ ਸੁੱਟ ਕੇ ਨਾ ਉੱਤੋਂ ਮਿੱਟੀ ਪਾ ਕੇ ਨੱਪਤੀ ਆ। ਤੇ ਆਪਣੇ ਹੱਥ 'ਚ ਫੋਨ ਤੇ ਟਿਕਟੋਕ ਤੇ ਆ ਰੀਲਾਂ ਜਿਹੜੀਆਂ ਬਣਦੀਆਂ ਇਹਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ, ਤੇ ਸਟੋਰੀਆਂ, ਜਿਹੜੇ WhatsApp ਸਟੇਟਸ ਪੈਂਦੇ ਉੱਥੇ, ਸ਼ਰੀਕੇ ਵਿੱਚ ਅੱਧਾ ਪਿੰਡ ਜੱਟ ਤੋਂ ਸੜ ਗਿਆ, ਸ਼ਰੀਕੇ ਵਿੱਚ ਠੋਕ ਰੱਖਣੀ ਆ, ਮੈਂ ਟਰੈਕਟਰ ਲੈ ਲਿਆ, ਮੈਂ ਗੱਡੀ ਲੈ ਲਈ ਆ, ਲੋਕੀ ਸੜਦੇ ਆ ਤੇਰੇ ਯਾਰ ਤੋਂ, ਮੈਂ ਤੇਰਾ ਬੰਦਾ ਮਾਰ ਦੂੰਗਾ, ਸਾਡੇ ਤੋਂ ਵੈਰੀ ਡਰਦੇ ਆ। ਮੈਨੂੰ ਇਹ ਨਹੀਂ ਸਮਝ ਆਉਂਦੀ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਗੀਤ ਵੱਜਦੇ ਆ ਜਾਂ ਗਾਉਣ ਵਾਲੇ ਗੀਤ ਲਿਖਦੇ ਆ, ਵੀ ਇਹ ਕਿਹਦਾ ਨਾਂ ਲੈਣ ਜਾਂਦੇ, ਨਾਂ ਲੈ ਕੇ ਦੱਸਣ ਵੀ ਫਲਾਣਾ ਬੰਦਾ ਉਹ ਸਾਡੇ ਤੋਂ ਡਰ ਗਿਆ, ਉਹਨੂੰ ਅਸੀਂ ਮਾਰ ਦਾਂਗੇ, ਉਤੋਂ ਆਪਾਂ ਦਲੇਰ ਆ, ਆਪਾਂ ਕੁਛ ਵਾਂ। ਜਿੱਦਾਂ ਪੰਜਾਬੀਆਂ ਦੀ ਲੜਾਈ ਕਿੰਨੀ ਦੁਨੀਆ ਨਾਲ ਚੱਲੀ ਜਾਂਦੀ ਆ, ਭਾਰਤ ਦੀ ਸਰਕਾਰ ਨਾਲ ਚੱਲੀ ਜਾਂਦੀ ਆ, ਪਰ ਨਾਮ ਕਿੱਥੋਂ ਲੈਣਾ? ਪੈਸੇ ਦਾ ਕੋਈ ਨਾਮ ਨਹੀਂ ਹੁੰਦਾ। ਹਰ ਬੰਦਾ ਪੈਸਾ ਕਮਾਉਂਦਾ ਮੇਰੇ ਭਰਾਵੋ, ਪੈਸਾ ਜਿਹਨੂੰ ਤੁਸੀਂ ਕਹਿੰਦੇ ਨਾ ਉਸਤਾਦ ਆ, ਸਟਾਰ ਆ, ਮੇਰੇ ਭਰਾਵੋ ਆਪਾਂ
ਦੁਖੀ ਆ, ਆਪਾਂ ਦੁਖੀ ਆ। ਇਸ ਕਰਕੇ ਦੁਖੀ ਆ ਵੀ ਜਿਹੜੇ ਸਾਡੇ ਵੀਰ ਨੱਚਦੇ ਅੱਜ ਗੀਤਾਂ ਦੇ, ਇਹਨਾਂ ਦਾ ਕੱਲ ਦਾ ਭਵਿੱਖ ਏਡਾ ਮਾੜਾ ਹੋਣਾ ਵਾ ਵੀ ਨਾ ਤੇ ਇਹਨਾਂ ਨੂੰ ਇਤਿਹਾਸ ਦਾ ਪਤਾ, ਜਿੱਦਾਂ ਦੇ ਨਾ ਧੋਬੀ ਦਾ ਕੁੱਤਾ, ਨਾ ਘਰ ਦਾ ਤੇ ਨਾ ਘਾਟ ਦਾ। ਉਹ ਕਿਉਂਕਿ ਨਾ ਤੇ ਸਾਨੂੰ ਗੁਰੂ ਦਾ ਪਤਾ ਸਾਡਾ ਗੁਰੂ ਕੌਣ ਆ, ਤੇ ਨਾ ਸਾਨੂੰ ਗਾਂ ਦਾ ਪਤਾ ਵੀ ਅਸੀਂ ਜਿਹੜਾ ਕੰਮ ਕਰਦੇ ਗੀਤ ਫਿਲਮਾਂ ਇਹਦਾ ਰਿਜ਼ਲਟ ਕੀ ਆ। ਨਾ ਤੇ ਅਸੀਂ ਸਟਾਰ ਬਣਨ ਵਾਲੇ ਪਾਸੇ ਚੱਲ ਜਾ ਸਕਦੇ ਵੀ ਸਾਨੂੰ ਕਿਤੇ ਗਾਂ ਪੈਸੇ ਮਿਲ ਜਾਣ, ਤੇ ਪਿੱਛੇ ਜੇ ਕਹੀਏ ਧਰਮੀ ਬਣਨਾ ਉਹ ਵੀ ਨਹੀਂ ਅਸੀਂ ਬਣ ਸਕਦੇ। ਅਸੀਂ ਕਿਸੇ ਪਾਸੇ ਵੀ ਵਿਚਕਾਰ ਵਾਂ, ਸਾਨੂੰ ਪਤਾ ਹੀ ਨਹੀਂ ਆਪਾਂ ਕਰਨਾ ਕੀ। ਤੇ ਅੱਜ ਸਾਡੀ ਮੌਤ ਤਾਂ ਪੱਕੀ ਆ। ਜੇ ਤੁਸੀਂ ਕਹਿੰਦੇ ਜੇ ਵੀ ਮੈਂ ਇੱਥੋਂ ਅਮਰੀਕਾ ਚੱਲ ਜੂੰਗਾ, ਉੱਥੇ ਸੈੱਟ ਹੋ ਜਾਾਂਗੇ, ਆਪਾਂ ਪੰਜਾਬ ਛੱਡ ਦਿੰਦੇ ਆ, ਚਲੋ ਤੁਸੀਂ ਉਹ ਵੀ ਛੱਡਤਾ, ਅਮਰੀਕਾ ਚਲੇ ਗਏ ਮੇਰੇ ਭਰਾਵੋ। ਅਮਰੀਕਾ ਚਲ ਗਿਆ, ਜਦੋਂ ਬੰਦਾ ਪੰਜਾਬ ਨੂੰ ਟੁੱਟ ਗਿਆ, ਉੱਥੇ ਤੁਹਾਡੇ ਅੱਗੇ ਨਿਆਣੇ ਜੰਮ ਪਏ, ਉਹ ਤੇ ਬਣ ਗਏ ਅਮਰੀਕਨ। ਫਿਰ ਵੀ ਕੀ ਉਹ ਉਹਨਾਂ ਦਾ ਕੀ ਬਣਿਆ, ਨਾ ਧੋਬੀ ਦਾ, ਨਾ ਤੇ ਉਹ ਅਮਰੀਕਨ ਰਹਿ ਗਏ ਤੇ ਨਾ ਹੀ ਉਹ ਰਹਿ ਗਏ ਪੰਜਾਬੀ, ਕਿਉਂਕਿ ਪੰਜਾਬ ਆਉਣਗੇ ਇੱਥੇ ਉਹਨਾਂ ਨੂੰ ਕੋਈ ਜਾਣਦਾ ਨਹੀਂ। ਅਮਰੀਕਾ ਦੇ ਵਿੱਚ, ਅਮਰੀਕਾ ਤੇ ਗੋਰਿਆਂ ਦਾ ਦੇਸ਼ ਆ, ਉੱਥੇ ਵੀ ਅਸੀਂ ਇਹੋ ਰਹਿਣਾ। ਜਿੱਥੇ ਮਰਜ਼ੀ ਚਲੀ, ਚਮੜੀ ਦਾ ਰੰਗ ਥੋੜੀ ਬਦਲ ਜਾਣਾ ਵਾ, ਤੁਹਾਡੀ ਭਾਸ਼ਾ ਬਦਲ ਜੂਗੀ, ਤੁਸੀਂ ਪਹਿਰਾਵਾ ਉਹੋ ਜਿਹਾ ਪਾ ਲੋਗੇ। ਕੀ ਪਹਿਰਾਵਾ ਪਾਉਣ ਦੇ ਨਾਲ ਭੇਡ ਆਖੇ ਮੈਂ ਸ਼ੇਰ ਦੀ ਖੱਲ ਪਾਈ ਮੈਂ ਸ਼ੇਰ ਬਣ ਗਿਆ, ਭੇਡ ਤਾਂ ਵਿੱਚੋਂ ਭੇਡ ਹੀ ਰਹਿਣੀ ਆ। ਪੰਜਾਬੀ ਜੇ ਬਾਹਰ ਚਲੇ ਜਾਂਦੇ ਜੇ, ਉੱਥੇ ਤੁਹਾਡੇ ਨਿਆਣੇ ਜੰਪੇ, ਤੁਸੀਂ ਆਖੋਗੇ ਉਹ ਆਸਟ੍ਰੇਲੀਅਨ ਬਣ ਜੂਗਾ, ਉਹ ਕੈਨੇਡੀਅਨ ਬਣ ਜੂ, ਅਮਰੀਕਨ ਬਣ ਜੂ। ਨਹੀਂ, ਉਹਨੇ ਉਹੀ ਰਹਿਣਾ, ਉਹਦੇ ਨਾਲ ਰੇਸਿਜ਼ਮ ਹੋਣਾ ਵਾ ਵੀ ਤੂੰ ਅਮਰੀਕਨ ਨਹੀਂ ਕਦੀ ਬਣ ਸਕਦਾ, ਭਾਵੇਂ ਅਮਰੀਕਾ ਵਿੱਚ ਜੰਮ ਕੇ ਉਹ ਕੋ ਅਮਰੀਕਨ ਪਾਸਪੋਰਟ ਆ ਜਾਵੇ, ਪਰ ਜਿੱਥੋਂ ਦਾ ਬੰਦਾ ਹੈਗਾ ਉੱਥੋਂ ਦਾ ਰਹਿੰਦਾ। ਤੇ ਜੇ ਉਹ ਆ ਕੇ ਪੰਜਾਬ 'ਚ ਕੋਈ ਮੈਂ ਪੰਜਾਬੀ ਆ, ਉਹਨੇ ਕਹਿਣਾ ਤੂੰ ਤੇ ਅਮਰੀਕਾ ਜੰਮਿਆ, ਤੂੰ ਪੰਜਾਬੀ ਕਿੱਥੋਂ ਹੋ ਗਿਆ। ਉਹ ਗੱਲ ਹੋਈ ਨਾ ਘਰ ਦਾ ਤੇ ਨਾ ਘਾਟ ਦਾ। ਜਿਹੜੇ ਆਪਾਂ ਅੱਜ ਪ੍ਰਵਾਸ ਬਾਹਰ ਕਰਨਾ ਸ਼ੁਰੂ ਕਰ ਦਿੱਤਾ, ਪੰਜਾਬ ਦੀ ਧਰਤੀ ਨੂੰ ਛੱਡ ਕੇ, ਕਿ ਫਿਰ ਬਾਹਰ ਜਾ ਕੇ ਵੀ ਪੈਸੇ ਪਿੰਡ ਭੇਜਦੇ ਆ ਉਹਨਾਂ ਸਰਪੰਚਾਂ ਨੂੰ, ਉਹਨਾਂ MLA ਨੂੰ ਜਿਨ੍ਹਾਂ ਨੇ ਨਜਾਇਜ਼ ਮੁੰਡਿਆਂ ਸਾਡੇ ਨੌਜਵਾਨਾਂ ਦੇ ਪਰਚੇ ਹੋਣੇ। ਪੰਜਾਬ ਦੇ ਵਿੱਚ ਪਰਚਾ ਕਿਹਦੇ ਤੇ ਹੁੰਦਾ, ਅੰਮ੍ਰਿਤਧਾਰੀ ਸਿੱਖ ਦੇ ਉੱਤੇ ਸਭ ਤੋਂ ਛੇਤੀ ਪਰਚਾ ਹੁੰਦਾ, ਹੋਰ ਕਿਸੇ ਦੇ ਉੱਤੇ ਹੋਵੇ ਨਾ ਹੋਵੇ, ਅੰਮ੍ਰਿਤਧਾਰੀ ਸਿੱਖ ਹੋਣਾ ਚਾਹੀਦਾ ਉੱਤੇ, ਪਹਿਲੇ ਨੰਬਰ ਦੇ ਉੱਤੇ ਪਰਚਾ ਹੋਊ। ਹੋਰ ਤੁਸੀਂ ਚਿੱਟਾ ਵੇਚੋ, ਗੈਂਗਸਟਰ ਬਣ ਜਾਓ, ਕੁੜੀਆਂ ਦੀ ਇੱਜ਼ਤ ਲੁੱਟੋ, ਆ ਜਿਹੜੇ ਮਤਲਬ ਸੈਕਸ ਰੈਕਟ ਚੱਲਦੇ ਆ, ਹੋਟਲ ਚਲਾਉਂਦੇ ਉਹ ਚਲਾਓ, ਮਤਲਬ ਨਸ਼ੇ ਵੇਚੋ, ਕੁਛ ਵੀ ਰਿਸ਼ਵਤ ਲਓ, ਲੋਕਾਂ ਨੂੰ ਲੁੱਟੋ ਮਾਰੋ, ਕੁਛ ਵੀ ਕਰੀ ਜਾਓ, ਤੁਹਾਡੇ ਤੇ ਕੋਈ ਪਰਚਾ ਨਹੀਂ। ਤੁਸੀਂ ਗੁਰਸਿੱਖ ਜੇ, ਸ਼ਰਾਬ ਨਹੀਂ ਪੀਂਦੇ, ਨਸ਼ਾ ਨਹੀਂ ਕਰਦੇ, ਕੁੜੀਆਂ ਨਹੀਂ ਛੇੜਦੇ, ਬਾਣੀ ਪੜ੍ਹਦੇ ਜੇ, ਚੰਗੇ ਪਾਸੇ ਲੱਗੇ ਜੇ, ਚੰਗੀ ਗੱਲ ਕਰਦੇ ਜੇ, ਹੱਕ ਸੱਚ ਦੀ ਗੱਲ ਕਰਦੇ ਜੇ, ਤੇ ਤੁਹਾਡੇ ਉੱਤੇ ਪਰਚਾ ਸਵੇਰੇ ਹੋ ਜਾਂਦਾ ਇੱਕੋ ਦਿਨ ਦੇ ਵਿੱਚ। ਤੇ ਜਿਹੜੀ ਮੇਰੇ ਇੱਕ ਭਰਾ ਨੇ ਮਤਲਬ ਪੰਜਾਬੀ ਦਾ ਦਰਦ ਆ ਵੀਰ ਦੇ ਅੰਦਰ, ਬਹੁਤ ਚੰਗੀ ਗੱਲ ਆ ਕਿ ਪੰਜਾਬੀ ਭਾਸ਼ਾ ਦਾ ਜਿਹੜਾ ਮਾਣ ਕਰਨਾ ਚਾਹੀਦਾ ਸਾਨੂੰ। ਪੰਜਾਬੀ ਦਾ ਮਾਣ ਕਿੱਥੋਂ ਹੋਊਗਾ, ਨਿਆਣਾ ਤੇ ਆਪਾਂ ਇੱਕੋ ਇੱਕ ਚੀਜ਼ ਸੋਚੀ ਵੀ ਕਨਵੈਂਟ ਸਕੂਲੇ ਪਾਉਣਾ ਹੈ ਕ੍ਰਿਸਚਨਾਂ ਦੇ, ਜਿਹੜਾ ਪੜੂਗਾ ਉੱਥੇ ਉਹਨੇ ਪੰਜਾਬੀ ਕਿੱਥੋਂ ਬੋਲਣੀ। ਜਿਹਨੂੰ ਪੰਜਾਬੀ ਲੱਗਣੀ ਜਾ ਕੇ 5ਵੀਂ 6ਵੀਂ ਜਮਾਤ ਦੇ ਵਿੱਚ ਆ, ਉਹ ਵੀ 1-2 ਸਬਜੈਕਟਾਂ ਦੇ ਵਾਸਤੇ ਵੀ ਪੇਪਰ ਪਾਸ ਕਰਨ ਦੇ ਵਾਸਤੇ ਉਹਦੇ ਵਿੱਚ ਵੀ ਆਪਸ਼ਨ ਹੋਣਾ ਵੀ ਲੈਣੀ ਪੰਜਾਬੀ ਕਿ ਨਹੀਂ ਲੈਣੀ। ਤੇ ਲੋਕੀ ਤਾਂ ਸੋਚਦੇ ਆ, ਪੰਜਾਬ ਦੇ ਲੋਕ ਤੇ ਇਹ ਸੋਚਦੇ ਵੀ ਜਿਹਨੂੰ ਅੰਗਰੇਜ਼ੀ ਆਉਂਦੀ ਉਹ ਇੰਟੈਲੀਜੈਂਟ ਹੀ ਬੜਾ, ਪੰਜਾਬੀ ਬੋਲ ਕੇ ਤੇ ਸ਼ਰਮ ਮਹਿਸੂਸ ਕਰਦੇ ਆ। ਜੇ ਪੰਜਾਬ ਦੇ ਗਾਉਣ ਵਾਲੇ ਆ, ਉਹ ਗੀਤ ਦੇ ਵਿੱਚ 10-20-50 ਅੱਖਰ ਜਿਹੜੇ ਅੰਗਰੇਜ਼ੀ ਦੇ ਨਾ ਪਾ ਦੇਣ, ਤੇ ਉਹ ਆਂਦੇ ਅਸੀਂ ਲਿਰਿਕਸ ਨਹੀਂ ਲਿਖੇ ਸਹੀ, ਸਾਡਾ ਗੀਤ ਹੀ ਨਹੀਂ ਚੰਗਾ। ਪਰ ਇੱਥੋਂ ਪੰਜਾਬੀ ਨੇ ਅਸੀਂ ਵਿਤਕਰਾ ਸ਼ੁਰੂ ਕੀਤਾ। ਅੱਜ ਕੱਲ੍ਹ ਜੇ ਕੋਈ ਪੰਜਾਬ ਦਾ ਟੁੱਚਾ ਜਿਹਾ ਗਾਉਣ ਵਾਲਾ, ਦੁੱਕੀ ਦਾ ਬੰਦਾ ਨਹੀਂ, ਉਹ ਆਣ ਗਿਆ ਕਹੂਗਾ I have lots of albums, I have too many friends guys, so please ਮੇਰੀ ਸਪੋਰਟ ਕਰਿਓ, my album will be come soon, ਉਮੀਦ ਆ ਸਾਰੇ ਮੇਰੇ ਭਰਾ ਮੈਨੂੰ ਪਿਆਰ ਕਰਨਗੇ, love you all। ਅੱਧੀ ਪੰਜਾਬੀ ਅੱਧੀ ਅੰਗਰੇਜ਼ੀ ਗੰਢ ਕੇ ਬੋਲ ਦਿੰਦਾ, ਲੋਕੀ ਸੋਚਦੇ ਬੜਾ ਇੰਟੈਲੀਜੈਂਟ ਹੈ, ਬਹੁਤ ਪੜ੍ਹਿਆ। ਜਿਹੜੇ ਬੰਦੇ ਜਿਨ੍ਹਾਂ ਨੂੰ ਤੁਸੀਂ ਆਈਡਲ ਮੰਨਦੇ ਜੇ, ਬਹੁਤੇ ਮੇਰੇ ਭਰਾ ਉਸਤਾਦ ਮੰਨਦੇ ਜੇ, ਪੰਜਾਬ ਦੇ ਸਟਾਰ ਮੰਨਦੇ ਜੇ, ਉਹ ਬੰਦੇ ਤੁਹਾਨੂੰ ਵੇਖੋ ਵੀ ਤੁਹਾਨੂੰ ਦਈ ਕੀ ਜਾਂਦੇ, ਉਹਨਾਂ ਦਾ ਆਪਣਾ ਕਿਰਦਾਰ ਕੀ। ਜਿਹੜਾ ਬੰਦਾ ਆਪ ਕਿਰਦਾਰ ਤੋਂ ਟੁੱਟਾ ਦੂਜਿਆਂ ਨੂੰ ਕੀ ਜੋੜੂਗਾ ਵੀ। ਉਹ ਤਾਂ ਪੈਸੇ ਕਮਾਈ ਜਾਂਦੇ, ਜਿਨ੍ਹਾਂ ਕੋਲ ਟੁੱਟੇ ਸਾਈਕਲ ਹੀ ਗਾਉਣ ਵਾਲਿਆਂ ਕੋਲ, ਜਿਨ੍ਹਾਂ ਕੋਲ ਸਾਈਕਲ ਵੀ ਨਹੀਂ, ਉਹਨਾਂ ਨੇ ਲੈਂਡ ਕਰੂਜ਼ਰ ਖੜਾ ਲਈ ਆ, ਚੰਡੀਗੜ੍ਹ ਕੋਠੀ ਪਾ ਲਈ, ਇੱਕ ਪਿੰਡ ਪਾ ਲਈ ਆ, ਕੰਮ ਖੋਲਿਆ ਕਿਸੇ ਨੇ ਕੋਈ, ਉਹ ਨਿਆਰੇ ਲੈਂਦੇ ਆ, ਲੋਕਾਂ ਦੀਆਂ ਧੀਆਂ ਭੈਣਾਂ ਨਾਲ ਰੰਗ ਰਲੀਆਂ ਮਨਾਉਂਦੇ ਫਿਰਦੇ ਆ। ਤੇ ਆਪਾਂ ਮੈਂ ਤੁਹਾਡਾ ਵੀਰ ਜੀ ਫੈਨ ਆ, ਪਲੀਜ਼ ਵੀਰ ਜੀ ਫੋਟੋ ਖਿੱਚ ਲਾਂ, ਮੈਂ ਤੁਹਾਡਾ ਬਹੁਤ ਵੱਡਾ ਫੈਨ ਆ, ਮੈਂ ਤੁਹਾਡਾ ਬਹੁਤ ਵੱਡਾ ਫੈਨ ਆ। ਜਿੱਦਾਂ 2-3 ਰੋਈ ਜਾਂਦੇ, ਉਹਨਾਂ ਦੀ ਬੜੀ ਵੀਡੀਓ ਘੁੰਮੀ ਜਾਂਦੀ ਵੀ ਅੰਮ੍ਰਿਤਸਰ ਤੋਂ ਆਏ ਹਾਂ ਤੇ ਸਵੇਰੇ 6 ਵਜੇ ਤੁਰੇ, ਅਸੀਂ ਰੋਟੀ ਵੀ ਨਹੀਂ ਖਾਧੀ। ਇਹ ਤਾਂ ਸੁਣਿਆ ਸੀ ਵੀ ਕਿਸੇ ਵਿਦਵਾਨ ਨੂੰ, ਕਿਸੇ ਸੰਤ ਮਹਾਤਮਾ ਦੇ ਦਰਸ਼ਨ ਕਰਨ ਵਾਸਤੇ ਲੋਕ ਜਾਂਦੇ ਸੀ ਭੁੱਖੇ ਢਿੱਡ ਵੀ ਸਾਨੂੰ ਕੁਛ ਮਿਲੂਗਾ। ਇੱਕ ਗਾਉਣ ਵਾਲੇ ਨੂੰ ਮਿਲਣ ਜਾਂਦੇ, ਉੱਥੇ ਕੀ ਕਰਨਾ, ਫੋਟੋ ਖਿਚਾ ਕੇ ਘਰ ਨੂੰ ਆ ਜਾਣਾ। ਜਿੱਥੇ ਦੀ ਜਵਾਨੀ ਦੇ ਦਿਲ ਦੇ ਵਿੱਚ ਸਿਰਫ ਚੀਜ਼ ਇਹ ਆ ਵੀ ਇੱਕ ਗਾਉਣ ਵਾਲੇ ਨਾਲ ਫੋਟੋ ਖਿਚਾਉਣੀ, ਉਹ ਜਵਾਨੀ ਤਰੱਕੀ ਕਿੱਥੋਂ ਕਰ ਜੂਗੀ। ਗਾਉਣ ਵਾਲਾ ਕੀ ਆ, ਕੀ ਉਹਦੀ ਔਕਾਤ ਆ। ਕੋਈ ਵੇਲਾ ਸੀ ਵੀ ਗਾਉਣ ਵਾਲਾ ਭੁੰਜੇ ਬਹਿ ਕੇ ਗਾਉਂਦਾ ਸੀ ਤੇ ਸੁਣਨ ਵਾਲੇ ਸਟੇਜ ਤੇ ਬਹਿੰਦੇ ਸੀ, ਤੇ ਅੱਜ ਗਾਉਣ ਵਾਲਾ ਸਟੇਜ ਤੇ ਆ, ਤੁਹਾਡੀਆਂ ਭੈਣਾਂ ਥੱਲੇ ਬੈਠੀਆਂ ਵਾ, ਤੇ ਉਹਨਾਂ ਨੂੰ ਕਹਿ ਕੇ ਪੁਰਜਾ ਪਟੋਲਾ ਗਾਲਾਂ ਕੱਢ ਕੇ ਗੰਦੀਆਂ ਮੰਦੀਆਂ ਗੱਲਾਂ ਕਰਕੇ ਚੱਲ ਜਾਂਦਾ। ਕਦੀ ਲਿਰਿਕਸ ਦਾ ਮਤਲਬ ਤਾਂ ਕੱਢੋ, ਕਦੇ ਸਾਂਝਾ ਕਰਕੇ ਉਹਦਾ ਲਿਰਿਕਸ ਜਿਹੜੇ ਉਹਨੇ ਲਿਖੇ, ਜਿਹੜੇ ਗਾਣੇ ਦੇ ਬੋਲ ਵਾ, ਉਹਨਾਂ ਬੋਲਾਂ ਦਾ ਕਦੀ ਅਰਥ ਕੱਢ ਕੇ ਵੇਖੋ ਵੀ ਇਹਦਾ ਮਤਲਬ ਕੀ ਬਣਦਾ। ਤੇ ਫਿਰ ਤੁਹਾਨੂੰ ਮੇਰੇ ਭਰਾਵੋ ਸਮਝ ਆਵੇਗੀ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਜ਼ਰੂਰੀ ਆ, ਬੇਰੁਜ਼ਗਾਰੀ ਦਾ ਮੁੱਦਾ ਜ਼ਰੂਰੀ ਆ, ਅਨਪੜ੍ਹਤਾ ਦਾ ਮੁੱਦਾ ਜ਼ਰੂਰੀ ਆ, ਪੰਜਾਬੀ ਭਾਸ਼ਾ ਦਾ ਮਤਲਬ ਮੁੱਦਾ ਜ਼ਰੂਰੀ ਆ, ਪੰਜਾਬ ਦੀ ਬਿਜਲੀ ਦਾ ਮੁੱਦਾ ਜ਼ਰੂਰੀ ਆ,
ਹੋਰ ਅਨੇਕਾਂ ਹਜ਼ਾਰਾਂ ਪੰਜਾਬ ਦੇ ਮੁੱਦੇ ਆ, ਮੈਂ ਜੇ ਨਾਂ ਲਿਖਣੇ ਜਾਂ ਗਿਣਤੀ ਕਰਨੀ ਸ਼ੁਰੂ ਕਰਾਂ ਤੇ ਮੁੱਕਣੇ ਨਹੀਂ। ਸੋ ਮੇਰੇ ਵੀਰ ਜਿਹੜੇ ਨੌਜਵਾਨ ਮੇਰੇ ਭਰਾ ਵਾ, ਉਹਨਾਂ ਦੇ ਅੱਗੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਦਾਸ ਵੱਲੋਂ ਬੇਨਤੀ ਆ ਕਿ ਤੁਹਾਡੇ ਜਿੱਦਾਂ ਦੋਸਤਾਂ ਮਿੱਤਰ ਆ ਤੁਹਾਡੇ ਨਾਲ, ਉਹਨਾਂ ਨੂੰ ਕਿਰਪਾ ਕਰਕੇ ਹੌਲੀ ਹੌਲੀ ਕਰਕੇ ਸਮਝਾਓ, ਕਿਉਂਕਿ ਜੇ ਤੁਹਾਡੀ ਸੰਗਤ ਚੰਗੇ ਬੰਦਿਆਂ ਦੀ ਹੋਊਗੀ, ਉਹ ਵੀ ਤੁਹਾਡੇ ਤੋਂ ਕੁਝ ਸਿੱਖਣਗੇ, ਤੁਸੀਂ ਉਹਨਾਂ ਤੋਂ ਕੁਝ ਸਿੱਖੋਗੇ। ਤੇ ਬੜਾ ਸੌਖਾ ਤਰੀਕਾ ਅੱਜ ਦੇ ਸਮੇਂ ਦੇ ਵਿੱਚ, ਕੋਈ ਵੀ ਨੌਲੇਜ ਲੈਣੀ ਹੋਵੇ, ਕੋਈ ਕਿਤਾਬ ਜੇ ਲੈਣੀ ਹੋਵੇ, ਪੈਸੇ ਖਰਚਣ ਦੀ ਲੋੜ ਨਹੀਂ ਆ। ਆਨਲਾਈਨ ਜਾ ਕੇ sikhbook.net ਜਾਂ ਸਿੱਖ ਬੁੱਕ ਲਿਖ ਕੇ ਗੂਗਲ ਤੇ ਸਰਚ ਕਰ ਦਿਓ, ਉੱਤੇ ਕਿਤਾਬਾਂ ਆ ਜਾਂਦੀਆਂ ਨੇ, ਫੋਨ 'ਚ ਹੀ ਪੜ੍ਹ ਸਕਦੇ ਜੇ। ਕੋਈ ਕਿਤਾਬਾਂ ਚੁੱਕਣ ਦੀ ਲੋੜ ਨਹੀਂ ਆ, ਸੌਖੇ ਤਰੀਕੇ ਆ, ਉਹ ਤੋਂ ਪੜ੍ਹੋ, ਆਪਣੀ ਹੋਂਦ ਨੂੰ ਪਛਾਣੋ। ਤੇ ਜੇ ਤੁਹਾਡੇ ਫੋਨਾਂ ਦੇ ਵਿੱਚ ਗੀਤ ਆ 500 ਮੇਰੇ ਭਰਾਵੋ, ਉਹਨਾਂ ਨੂੰ ਡਿਲੀਟ ਕਰਕੇ 5 ਸ਼ਬਦ ਭਰ ਲਓ, ਉਹੀ ਸੁਣਦੇ ਰਹੋ ਬਾਰ-ਬਾਰ। ਤੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰਦੇ ਕਿਤੇ ਮੇਰੇ ਭਰਾਵਾਂ ਦੀ, ਕਿਉਂਕਿ ਇਹ ਜਿਹੜੇ ਰੋਡੇ ਮੋਨੇ ਮਤਲਬ ਰੋਡੇ ਭੋਡੇ ਜਿਹਨਾਂ ਵਾਲ ਕਟਾਏ ਜਾਂ ਕੁਛ ਵੀ ਆ, ਇਹਨਾਂ ਵਿੱਚੋਂ ਹੀ ਮੇਰੇ ਭਰਾਵੋ ਪੈਦਾ ਹੋਣੇ ਆ ਸੂਰਮੇ। ਇਹਨਾਂ ਨੇ ਸੂਰਮੇ ਬਣਨਾ, ਉਹ ਤਾਂ ਬਣ ਸਕਦੇ ਆ ਜੇ ਆਪਣੇ ਆਪ ਦੀ ਪਹਿਚਾਣ ਕਰ ਲੈਣ। ਇਹਨਾਂ ਦੇ ਅੰਦਰ ਹੀ ਉਹ ਬਰੂਦ ਆ, ਇਹਨਾਂ ਅੰਦਰ ਹੀ ਉਹ ਕਰੰਟ ਆ, ਜਿੰਨੇ ਮਤਲਬ ਕੌਮ ਨੂੰ ਤੇ ਪੰਜਾਬ ਨੂੰ ਬਚਾਉਣਾ ਵਾ। ਤੇ ਜੇ ਇਹਨਾਂ ਦਾ ਕਰੰਟ ਜਿੱਦਾਂ ਗੀਤ ਸਰਕਾਰ ਨੇ ਦਿੱਤੇ ਆ ਤੇ ਗਾਉਣ ਵਾਲੇ ਕੰਜਰ ਪੰਜਾਬ ਦੇ ਵਿੱਚ ਪੈਦਾ ਹੋਏ ਆ, ਤੇ ਇਹਨਾਂ ਦੇ ਨਾਲ ਜੇ ਉਹ ਲੱਗੇ ਰਹੇ, ਇਹਨਾਂ ਦੇ ਪਿੱਛੇ ਫਿਰ ਕੁੜੀਆਂ ਛੇੜਨਗੇ, ਆਪਣੀ ਭੈਣਾਂ ਦੇ, ਆਪਣੇ ਮਾਮੇ ਚਾਚੇ ਤਾਇਆਂ ਦੀਆਂ ਕੁੜੀਆਂ ਦੇ ਟਰਾਈਆਂ ਮਾਰਨਗੇ। ਤੇ ਜੇ ਸੁਧਰ ਜਾਣਗੇ ਤੇ ਇਹੋ ਹੀ ਬੰਦੇ ਸੰਤ ਸ਼ਹੀਦ ਤੇ ਬੱਬਰ ਸ਼ੇਰ ਬਣ ਕੇ ਜਿਹੜੇ ਆ ਉਹ ਸਾਹਮਣੇ ਆਉਣਗੇ। ਸੋ ਇਹ ਜਿਹੜੀ ਅੱਜ ਦੀ ਇੰਨੀ ਕੁ ਵਿਚਾਰ ਆ, ਜਿਹੜੀ ਇਹ ਸਾਂਝੀ ਕੀਤੀ ਤੁਹਾਡੇ ਨਾਲ। ਉਮੀਦ ਕਰਦਾ ਕਿ ਜਿੰਨੀਆਂ ਵੀ ਸੰਗਤਾਂ ਨੇ ਇਹ ਜਿਹੜੀ ਆ ਸਰਵਣ ਕੀਤੀ ਆ, ਉਹਨਾਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲਿਆ ਹੋਊਗਾ। ਤੇ ਮੁੱਕ ਦੀ ਗੱਲ ਇਹੋ ਹੀ ਆ ਕਿ ਮੇਰੇ ਭਰਾਵੋ, ਇਕੱਠੇ ਹੋ ਕੇ ਜਿੰਨਾ ਚਿਰ ਆਪਾਂ ਨਾ ਲੜੇ ਤੇ ਆਪਣਾ ਦੇਸ਼ ਪੰਜਾਬ ਵੱਖਰਾ ਨਾ ਲਿਆ, ਉਦੋਂ ਤੱਕ ਸਾਡੇ ਛਿੱਤਰ ਪੈਂਦੇ ਰਹਿਣੇ। ਜਿੱਦਾਂ ਭਿੰਡਰਾਂ ਵਾਲੇ ਸੰਤ ਕਹਿੰਦੇ ਹੁੰਦੇ ਸੀ ਵੀ ਅੱਜ ਲੈ ਲਿਓ, ਰਸਤਾ ਤਿਆਰ ਕਰਨਾ ਪੈਣਾ, ਭਾਵੇਂ ਅੱਜ ਕਰ ਲਿਓ, ਭਾਵੇਂ ਕਰ ਲਿਓ, ਭਾਵੇਂ ਫੇਰ ਕਰ ਲਿਓ। ਸੰਤਾਂ ਨੇ ਆਖਿਆ ਸੀ ਵੀ ਪਹਿਲਾਂ ਜਦੋਂ ਹਮਲਾ ਆ ਗਿਆ ਤੇ ਜਿੰਦਾ ਨਹੀਂ, ਜਿੰਦੇ ਨੂੰ ਫੜ ਕੇ ਨਹੀਂ ਖੜ ਸਕਦੇ, ਤੇ ਢੇਰੀਆਂ ਲਾ ਕੇ ਟਰੱਕ ਭਰ ਵੇਖਿਓ ਮੈਂ ਕਿੱਦਾਂ ਤੋਰਦਾ। ਤੇ ਜਦੋਂ ਤੁਹਾਨੂੰ ਪਤਾ ਲੱਗ ਜੇ ਹਮਲਾ ਆ ਗਿਆ ਤੇ ਪਿੰਡ ਘਰੀ ਨਾ ਬੈਠੇ ਰਿਓ, ਆ ਜਿਓ। ਉਹ ਡੀਕਦਾ ਰਿਹਾ 10 ਦਿਨ, 6 ਦਿਨ ਉੱਥੇ, ਮਤਲਬ 6 ਜੂਨ ਤੱਕ, ਤੇ 10 ਤਰੀਕ ਦਾ 10 ਦਿਨ ਫੌਜ ਨੂੰ ਲੱਗ ਗਏ। 10 ਦਿਨਾਂ ਤੱਕ ਉੱਥੇ ਡੀਕਦਾ ਰਿਹਾ ਵੀ ਪੰਜਾਬੀ ਆਉਣਗੇ, ਜੰਗ ਲੱਗੀ ਆ, ਆਉਣਗੇ ਭੱਜ ਕੇ ਗੁਰੂ ਵੱਲ ਨੂੰ, ਆਉਣਗੇ ਫੌਜ ਦੇ ਨਾਲ ਹਿੱਕ ਡਾਗ ਲੜਨਗੇ, ਰਾਹ 'ਚ ਜਿੱਥੇ ਜਿੱਥੇ ਫੌਜ ਖਲੋਤੀ ਉੱਥੇ ਉਹਨੂੰ ਢਾਉਣਗੇ। ਪਰ ਪੰਜਾਬੀਆਂ ਨੇ ਕੀ ਕੀਤਾ, ਆਪਣੇ ਆਪਣੇ ਘਰ ਬਹਿ ਕੇ ਤੇ ਨਜ਼ਾਰੇ ਲੈਂਦੇ ਰਹੇ।